तहाँ काल है, जह खिमा तह आप। गुर बिन ज्ञान गुर बिन ज्ञान, धर्म बिन ध्यान, सच बिन साखी, मूलो ना बाकी। जो प्राणी जल बिन है मरता, त्यों सिख गुर बिन मर जाही। कि ਅਸੀਂ ਮੰਗਲਾਚਰਨ ਵਜੋਂ ਸ਼ੁਰੂਆਤ ਵਜੋਂ ਜਿਹੜੇ ਸ਼ਬਦ ਪੜ੍ਹਨੇ ਪਏ ਆ, ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਗੁਰਮਤਿ ਵਿੱਚ ਗਿਆਨਹੀਨਨ ਅਗਿਆਨ ਪੂਜਾ ਦੀ ਕੋਈ ਗੱਲ ਹੈ ਹੀ ਨਹੀਂ। ਬੰਦਾ ਕਿਸੇ ਰਿਚੁਅਲਿਸਟਿਕ ਕਰਮ ਕਾਂਡ ਨੂੰ ਕਰੀ ਜਾਏ ਜਿਹਦਾ ਕੋਈ ਪਤਾ ਹੀ ਨਹੀਂ ਸਾਨੂੰ। ਐਵੇਂ ਲੈ ਕੇ ਆਓ, ਐਵੇਂ ਲੈ ਕੇ ਜਾਓ, ਇਹ ਪਰਿਕਰਮਾ ਕਰੋ ਜਿਹਦਾ ਕੋਈ ਸਾਡੀ ਜਿਹੜੀ ਕੱਲ੍ਹ ਵੀਡੀਓ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਵੀ ਦੋ ਚੀਜ਼ ਥੋੜ੍ਹਾ ਜਿਹਾ ਸਿੱਖੀ ਦੇ ਪੱਖ ਦੇ ਉੱਤੇ, ਐਂਡ ਡੋਂਟ ਟੱਚ ਆਫਟਰ ਡੈਥ। ਸੋ ਦੋ ਪੱਖ ਨੇ ਵੀ ਜੇ ਬੰਦਾ ਪੁੱਛਣਾ ਸਿੱਖੀ ਕੀ ਹੈ, ਜੇ ਬੰਦਾ ਗੁਰੂ ਨੂੰ ਕਹੇ ਡਿਫਾਈਨ ਕਰੋ ਵੀ ਸਿੱਖੀ ਹੈ ਕੀ ਸਿੱਖੀ ਕਿਸੇ ਸਰੂਪ ਦਾ ਨਾਮ ਹੈ। ਵੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਜਿੰਨੇ ਵੀ ਬੈਠੇ ਹਾਂ, ਸਾਨੂੰ ਕਿਸੇ ਨੂੰ ਐਸਾ ਕੋਈ whatever I am trying to read out here, so that ਜੇ ਇਸ ਕੋਈ ਮੀਨਿੰਗਸ ਦੇ ਨਾਲ ਆ ਜਾਏਗਾ ਨਾ, ਤੇ ਜੇ ਉਹਨੂੰ ਕੋਈ ਇਹਦੇ ਡਿਸਪਲੇ ਵੀ ਹਿੰਦੀ ਵਾਲਾ ਕਰਿਆ ਜੇ ਭਾਵੇਂ, ਗੁਰਮੁਖੀ ਵਾਲਾ ਨਾ ਕਰੇ। ਗੁਰਮਤਿ ਵਿੱਚ ਗਿਆਨਹੀਨਨ ਅਗਿਆਨ ਪੂਜਾ, ਵੀ ਇਹ ਫਲਾਨੀ ਚੀਜ਼ ਐਵੇਂ ਕਰਨੀ ਹੈ, ਇਹ ਕਰਨਾ ਹੈ। ਅੱਛਾ, ਕੋਈ ਮਰ ਗਿਆ, 5ਵੇਂ ਦਿਨ ਭੋਗ ਕਰਨਾ ਹੈ। ਕਿਉਂ ਕਰਨਾ ਹੈ? ਕਿਸੇ ਨੂੰ ਕੁਝ ਪਤਾ ਨਹੀਂ, ਔਰ ਸਾਰੇ ਉਸੇ ਚਾਲ ਤੇ ਚੱਲੀ ਜਾ ਰਹੇ। ਇਹ ਗਿਆਨਹੀਨਨ ਅਗਿਆਨ ਪੂਜਾ, ਅੰਧ ਵਰਤਾਰਾ, ਜਿਹਦੇ ਮਨ ਵਿੱਚ ਸਾਡੇ ਭਾਵਨਾਵਾਂ ਬਹੁਤ ਬੈਠੀਆਂ ਹੋਈਆਂ ਨੇ। ਸਮਾਜਿਕ ਤੌਰ ਤੇ ਵੀ ਸਾਨੂੰ ਉਸ ਪਾਸੇ ਬਹੁਤ ਪ੍ਰੇਰਿਆ ਜਾ ਰਿਹਾ ਕਿ ਵੀ ਉਹ ਪਾਸਾ ਕਰੋ, ਲੇਕਿਨ ਗੁਰਮਤਿ ਨੂੰ ਉਹ ਪ੍ਰਵਾਨ ਨਹੀਂ। ਗਿਆਨਹੀਨਨ ਅਗਿਆਨ ਪੂਜਾ, ਜੰਡਾਂ ਨੂੰ ਰੱਸੀਆਂ ਬੰਨ੍ਹ ਦਿਓ, ਕਰਵਾ ਚੌਥ ਦਾ ਵਰਤ ਰੱਖੋ, ਇਹਦਾ ਗੁਰਮਤਿ ਵਿੱਚ ਕੋਈ ਸਥਾਨ ਨਹੀਂ। ਹਰ ਇੱਕ ਦੀ ਆਪਣੀ ਆਪਣੀ ਇੰਡੀਵਿਜੂਅਲ ਮਰਜ਼ੀ ਹੈ, ਲੇਕਿਨ ਗੁਰਮਤਿ ਇਹਦਾ ਕੋਈ ਸਥਾਨ ਨਹੀਂ। ਹੁਣ ਗੁਰੂ ਨਾਲ ਇੱਕ ਕਦਮ ਸ਼ਾਇਦ ਹੋਰ ਅੱਗੇ ਸਾਨੂੰ ਲੈ ਕੇ ਜਾਣਾ ਚਾਹੁੰਦਾ, ਜਿੱਥੇ ਕਹਿੰਦੇ ਨੇ ਗਿਆਨਹੀਨਨ ਅਗਿਆਨ ਪੂਜਾ ਦੀ ਗੱਲ, ਜਿੱਥੇ ਗੁਰੂ ਕਹਿੰਦੇ ਨੇ ਵੀ ਜਹਾਂ ਗਿਆਨ ਤੂੰ ਸਮਝੀ ਜਾਏ ਕਿਸੇ ਕਰਮ ਨੂੰ ਧਰਮ। ਅੱਜ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਤਾ ਜਾਂਦਾ, ਬੰਦਾ ਪੁੱਛੇ ਇੱਧਰ ਧਰਮ ਦੀ ਕਿਰਿਆ ਕਿਹੜੀ ਹੈ? ਬੰਦਾ ਪੁੱਛੇ, ਸਵਾਲ ਕਰੇ ਕਿਹੜੀ ਧਰਮ ਦੀ ਕਿਰਿਆ ਕਿਹੜੀ ਹੈ? ਅੱਜ ਜਨਾਨੀਆਂ ਨੂੰ ਉੱਥੇ ਕੀਰਤਨ ਨਹੀਂ ਕਰਨ ਦਿੰਦੇ, ਸਾਡਾ ਕੇਂਦਰੀ ਸਥਾਨ ਹੈ। ਬੰਦਾ ਪੁੱਛੇ ਇਹਦੇ ਅੰਦਰ ਧਰਮ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਕਿਹੜੀ ਪੰਕਤੀ ਦੇ ਗੁਰਬਾਣੀ ਤੋਂ ਬਾਹਰ ਗੁਰਮਤਿ ਨਹੀਂ। ਜਿਤਨੀ ਗੁਰਮਤ ਹੈ ਉਹ ਇਟ ਇਜ਼ ਕੰਟੇਨਡ ਇਨ ਗੁਰਬਾਣੀ। ਜੇ ਸਾਨੂੰ ਗੁਰਬਾਣੀ 'ਚ ਉਹਦੇ ਫਰਮਾਨ ਨਹੀਂ ਮਿਲਦੇ ਪਏ, ਤਾਂ ਆਈ ਵਾਸ ਇੱਕ ਗੁਰਦੁਆਰਾ ਸਾਹਿਬ ਲੰਗਰ ਛਕਣ ਵਾਸਤੇ ਬੈਠੇ, ਤੇ ਕੋਈ ਯੰਗ ਚਾਈਲਡ ਮੇਬੀ ਅਰਾਊਂਡ 10 years, ਉਹ ਬੱਚਾ ਸ਼ਾਇਦ ਉਹ ਬੜਾ ਮਿਹਨਤ ਨਾਲ ਬਾਲਟੀ ਚੁੱਕ ਕੇ ਲੈ ਕੇ ਆਇਆ। ਹੀ ਉਸ ਇੱਕ ਤੋਂ ਜਾਂਦਾ ਸੀ, ਦੂਜੇ ਅੱਗੇ ਰੱਖਦਾ ਸੀ। ਸਮਨ ਨੈਕਸਟ ਟੂ ਮੀ, ਬਿਲਕੁਲ ਉਹ ਕਹਿੰਦੇ ਬਾਲਟੀ ਹੇਠਾਂ ਨਹੀਂ ਰੱਖਣੀ, ਇਹਦੇ ਨਾਲ ਬੇਅਦਬੀ ਹੋ ਜਾਂਦੀ ਹੈ। ਤਾਂ ਬੰਦਾ whenever we say something is ਗੁਰਮਤ, it is binding on us ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਉਹਦਾ ਕੋਈ ਨਾ ਕੋਈ ਫਰਮਾਨ ਦਈਏ। ਜੇ ਇਹ ਗੁਰਮਤ ਦਾ ਹਿੱਸਾ, ਜੇ ਗੁਰਬਾਣੀ ਕਹਿੰਦੀ ਹੈ, ਕਿਉਂਕਿ ਜਿਹੜੀ ਗੱਲ ਚੱਲਦੀ ਪਈ ਨਾ, ਅਸੀਂ ਜਿਹੜਾ ਵਿਸ਼ਾ ਅਸੀਂ ਜਿਹਨੂੰ ਲੈ ਕੇ ਚੱਲਣਾ ਚਾਹੁੰਦੇ ਪਿਆ ਨਾ, ਵੀ ਇੱਕ ਜਿਹੜਾ ਗੁਰੂ ਕਹਿੰਦਾ ਵੀ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਗਿਆਨ ਤੋਂ ਬਿਨਾਂ ਜਿਹੜਾ ਨਾ ਅਗਿਆਨ ਪੂਜਾ ਦੀ ਗੁਰਮਤ ਵਿੱਚ ਸਥਾਨ ਨਹੀਂ। ਲੇਕਿਨ ਅੱਗੇ ਫਿਰ ਹੋਰ ਥਾਂ ਤੇ ਕਹਿੰਦੇ ਨੇ ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋਂ ਨਾ ਬਾਕੀ। ਗਿਆਨ ਦੇ ਬਹੁਤ ਅੱਜ ਦੁਨੀਆ ਵਿੱਚ ਦੇਖੋ, ਜਿਹੜੇ ਬੰਦੇ ਵਾਸਤੂ ਵਿੱਚ ਮੰਨਦੇ ਨੇ, ਉਹਨਾਂ ਨੇ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ। ਬੰਦੇ ਜੈਮੋਲੋਜੀ ਵਿੱਚ ਮੰਨਦੇ ਨੇ, ਨਿਊਮਰੋਲੋਜੀ ਵਿੱਚ ਮੰਨਦੇ ਨੇ, ਫੈਂਗ ਸ਼ੂਈ ਵਿੱਚ ਮੰਨਦੇ ਨੇ। ਗੁਰੂ ਜਿੱਥੇ ਸਾਨੂੰ ਖੜਾ ਕਰਨਾ ਚਾਹੁੰਦਾ, ਕਹਿੰਦੇ ਗੁਰੂ ਤੋਂ ਬਿਨਾਂ ਮਿਲਿਆ ਹੋਇਆ ਗਿਆਨ, ਜਿੱਥੇ ਗਿਆਨ ਤੋਂ ਬਿਨਾਂ ਧਰਮ ਨਹੀਂ। ਇਹ ਗੱਲ ਵੀ ਠੀਕ ਹੈ। ਅੱਛਾ, ਉਹ ਕਮਾਲ ਦੀ ਗੱਲ ਹੈ, ਜਿੱਥੇ ਜਿਹੜੀ ਪੰਕਤੀ ਨਾ ਕਹਿੰਦੇ ਨੇ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਅੱਗੇ ਅਗਿਆਨਤਾ ਨਹੀਂ ਕਹਿ ਰਹੇ। ਜਹਾਂ ਗਿਆਨ ਤਹਿ ਧਰਮ, ਅੱਗੇ ਕਹਿੰਦੇ ਨੇ ਜਹ ਝੂਠ। ਲੌਜੀਕਲੀ ਬੰਦਾ ਸੋਚੇ ਤਾਂ ਹੋਣਾ ਇਹ ਚੀਜ਼ ਸੀ, ਜਹਾਂ ਗਿਆਨ ਤਹਿ ਧਰਮ ਹੈ, ਜਹ ਅਗਿਆਨ ਨਹੀਂ। ਕਿਉਂ? ਕਿਉਂਕਿ ਸਾਨੂੰ ਧਰਮ ਦੇ ਨਾਮ ਦੇ ਨਾਲ ਝੂਠ ਦੇ ਨਾਲ ਜੋੜਿਆ ਜਾਂਦਾ ਹੈ। ਇਹ ਕਰੋ, ਐਵੇਂ ਕਰੋ, ਸੋ ਉਹਨੂੰ ਗੁਰੂ ਖਾਬ ਕਰਨੇ ਕਿ ਉਹ ਪ੍ਰਮਾਣ ਨਹੀਂ। ਫਿਰ ਦੂਜਾ ਪੱਖ ਜਿਹੜਾ ਲੈਂਦੇ, ਕਹਿੰਦੇ ਨੇ ਗੁਰ ਬਿਨ ਗਿਆਨ, ਉਹ ਗਿਆਨ ਜੋ ਗੁਰੂ ਦਾ ਦਿੱਤਾ ਹੋਇਆ ਨਹੀਂ।
ਇਹ त्रै चीज़ां इकट्ठियां रखते पे ने। कहते किहड़ियां त्रै चीज़ां? कहते ने गुर बिन ज्ञान, धर्म बिन ध्यान। धर्म की है? कहते जो तुद भावै सो सच धर्मा। जो रब नूं पसंद है वही धर्म है। साडे धार्मिक बंदियां दी जे कोई सोच जे किथे आके टिकी कि रब नूं, जे गुरु साहब कहते ने तीरथ नावां कदों? कहते जे तिस भावा। जे मेरा तीर्थां ते इशनान करना रब नूं चंगा लगदा हुंदा ते मैं रज रज के नहांदा, मैं क्यों ना नहावां? धर्म दे पिछे, धर्म कमाउण दे पिछे मूल सोच ते आईयां ने कि रब दी प्रवानगी, एक्सैप्टेंस टू गॉड। गुरु कहंदे तीर्थ मैं भी नहांदा, तीर्थां ते तीरथ नहावां। कदों नहांदा? कहंदे जे तिस भावा। जे मेरा तीर्थां ते नहाना रब नूं चंगा लगदा, मैं क्यों ना नहांदा? लेकिन आगे कहंदे ने बिन ना बिन भाणे भाणे के नहाए करी। जे मेरा तीर्थां ते नहाना रब नूं चंगा ही नहीं लगदा। हालांकि साडे भी हालात ऐसे ने, असीं दरबार साहब भी उसी सोच नाल जाने आ जिस सोच दा खंडन गुरबाणी कई थावां ते करदी है। जल के मजन जेगत होए नित नित मिंटक नाए। जे पानी च इशनान कीते आ, जे तुहाडी आत्मिक गति उच्ची होंदी ते डड्डू ते पानी विच ही रहिंदा है। जल के मजन, मजन दा मतलब इशनान करना, नहाना। जे पानी इशनान कीते आ साडी आत्मक अवस्था उच्ची होंदी जल के मजन। जे गुरु जिन्नी गल करदे ना उहदे च कोई ना कोई प्रमाणिकता, कोई ना कोई लॉजिक। ही यूजेस एनालॉजी, ही यूजेस मैथोलॉजी, ही यूजेस हाइपोथेसिस, ही यूजेस हिस्ट्री। लेकिन गल सारी पिछे ना गुरमत दी। जे गुरु ने जे एनालॉजी की गल करनी, वो कहते जैसे पाहन जल में राख्यो भेदे ना ही तय पानी, तैसे ही तू ताहे पछानो भगतहीन जो प्राणी। एक एनालॉजी दी भी जिवें पत्थर में पानी नहीं जाता, जो भगतहीन बंदा है ना वो गुरमत की गल जाती नहीं। गुरु जो गल कहता है, गुरु जो एनालॉजी का एक एग्जाम्पल हो गया। मितिहास के बहुत सारे एग्जाम्पल ने। हुण गुरु मितिहास की प्रौढ़ता नहीं करते। हुण जैसे शब्द ने बई 1 लख पूत 1.25 लाख नाती, तै रावण कर दिया ना बाती। तो हुण इहदे अंदर गुरु मितिहास की एक गल जिहड़ी करते पे ना, गल गुरमत की है कि जो वड्डा वड्डा भी होके गया है ना वो भी रहे नहीं पिछे। गल ऐ नहीं करते पे कि वो गुरु उस गल की प्रौढ़ता नहीं करते पे कि रावण के लख पुत्र सन या नहीं सन। ही इज यूजिंग मैथोलॉजी टू एक्सप्लेन गुरमत। ना असी मैथोलॉजी ना जुड़ना है ना, क्योंकि कई बंदे ना एनोलॉजी देंदियां भी ना वो कई बार इट बिकम्स एंटी गुरमत। हुण बंदा ये कह दे कि भाई जिवें वो कई स्थानों के उत्ते कहते भी बानी होर बाना, पंखी दो खंभा ते उड़दा है। हुण बंदे जी एनोलॉजी दे के कहते हैं कि भाई बानी और बाना नाल नाल चलना चाहिए। हालांकि गुरु ग्रंथ साहिब विच बाने का कोई जिक्र तक नहीं। पूरे गुरु ग्रंथ साहिब विच जे असीं सर्च करिए बाना लफ्ज़ केवल ते केवल इक्को थां ते आंदा है पूरे गुरु ग्रंथ साहिब दे विच। और वो भी जिस प्रथाई आ रहा है वो भी बड़ा स्पष्ट तौर पर कहते भी वो माथे तिलक हथ माला बाना लोगन राम खिलौना जाना। जे असीं समझिए कि साडी वेश भूषा के आधार के उत्ते रब खुश हो जाएगा ना, गुरु बड़ा क्लीयर है, कहते बाहर भेख ना काहू पी। रब नूं की चाहिए? कहते सब कुछ जाने आत्म की रहत तेरे कहते जिन पट अंदर, पट का मतलब होंदा रेशम, कहते जिन पट अंदर बाहर गुदड़। बाहर तेरे कपड़े जो बहुत वधिया नहीं ने, गुरु नूं कोई फिक्र नहीं होती। तेरे अंदर की है जिन पट अंतर बाहर गुदड़ ते भले संसार। गुरु की नज़र में तो गुरमत की दुनिया में बड़ी गल शुरुआत की सी भी गुरु लोड़ पैंदे उत्ते एनोलॉजी भी यूज़ करते हैं, मैथोलॉजी भी यूज़ करते हैं, हाइपोथेटिकल गल्लां भी गुरु लैंदे ने गल समझाण नूं। गल गुरमत की समझानी है। असीं हुण जपजी साहब जी पढ़ने भी जे जुग चारे आर जां। एक युग पता नहीं बड़ा लंबा समा एज पर जिहड़े हिंदू स्क्रिप्चर्स ने युग सानूं उहदे जाण दी लोड़ भी नहीं भी जे किसी की उम्र 4 युगां जिन्नी हो जाए। हाइपोथेटिकल प्रैक्टिकल नहीं है, किसी की होंदी नहीं। कोई बंदा सी ढूंढन नहीं लग पई है भी कोई बंदा 4 युगां की उम्र वाला मिलने वाला नहीं किसी को। जे युग चारे आर जां होर तो 40 युगां जितनी जितनी उम्र हो जाए होर दसो नहीं होए नवा। अच्छा इतनी उम्र भी ऐसा नहीं कि वो बेचारा बड़ा तकलीफ में गुजार रहा। नवा खंडा में जानी है फॉर एवरीवेयर ही इज रिनाउंड। नवा खंडा में जानी है नाल चले सब कोई। हर बंदा वो नाल चलण भी तैयार है, हर बंदा वो सपोर्ट भी करता पे। नाल चले सब कोई। फिर कहता अच्छा बदनाम भी नहीं है, चंगा नाम रखाए के
ਉਹਦਾ ਮਾਨ ਇੱਜ਼ਤ ਪ੍ਰਤਿਸ਼ਠਾ ਵੀ ਚੰਗੀ, ਉਹਦੀ ਚੰਗਾ ਨਾਂ ਉਹ ਰਖਾਏ ਕਿ ਜਸ ਕੀਰਤ ਸੰਸਾਰ ਉਹਦੀ ਉਸਤਤ ਵੀ ਕਰਦਾ, ਵਡਿਆਈ ਕਰਦਾ, ਜਸ ਕੀਰਤ ਜਗਲੇ। ਗੁਰਮਤਿ ਦੀ ਗੱਲ ਗੁਰੂ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਜੇ ਤਿਸ ਨਦਰ ਨਾ ਆਵੇ, ਜੇ ਰੱਬ ਨੂੰ ਨਹੀਂ ਪ੍ਰਵਾਨ ਆਇਆ ਨਾ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ। ਉਹਦਾ ਜੀਵਨ ਗੁਰੂ ਦੀ ਨਜ਼ਰਾਂ ਵਿੱਚ ਇਤਨਾ ਹੋਲਾ ਹੈ। ਗੁਰੂ ਕਹਿੰਦੇ, ਕਬੀਰ ਸਾਹਿਬ ਨੇ ਕਹਿੰਦੇ, ਕਹੋ ਕਬੀਰ ਪਤ ਹਰ ਪ੍ਰਵਾਨ। ਇੱਜ਼ਤ ਤੇ ਉਹ ਵੇ ਜਿਹੜੀ ਰੱਬ ਨੂੰ ਬੰਦਾ, ਸਾਡਾ ਮੂਲ ਪਰਪਸ ਜਿਹੜਾ ਅਸੀਂ ਕਰਦੇ ਨੇ ਵੀ ਗੁਰਮਤਿ ਨੂੰ ਸਮਝਾਉਣ ਵਾਸਤੇ ਹੀ ਵਿਲ ਯੂਜ਼ ਮਾਈਥੋਲੋਜੀ, ਹੀ ਵਿਲ ਯੂਜ਼ ਐਨੋਲੋਜੀ, ਹੀ ਵਿਲ ਯੂਜ਼ ਹਾਈਪੋਥੇਸਿਸ। ਜਿਹੜੀ ਚੀਜ਼ ਦੀ ਗੁਰੂ ਇਤਿਹਾਸ ਵੀ ਯੂਜ਼ ਕਰਦੇ ਨੇ, ਕਈ ਅਸੀਂ ਫਿਰ ਵੀ ਇਤਿਹਾਸ ਨਾਲ ਵੀ ਫਿਰ ਨਹੀਂ ਜੁੜਦੇ, ਲੇਕਿਨ ਗੱਲ ਗੁਰਮਤਿ ਦੀ ਜਿਹੜੀ ਚੱਲਦੀ ਪਈ ਹੈ ਨਾ, ਸੋ ਜਿਹੜੀ ਸਾਡੀ ਗੱਲ ਚੱਲਦੀ ਪਈ ਸੀ ਵੀ ਗੁਰ ਬਿਨ ਗਿਆਨ ਧਰਮ ਬਿਨ ਧਿਆਨ। ਗੁਰੂ ਦੇ ਗਿਆਨ ਤੋਂ ਬਿਨਾਂ ਮਿਲਿਆ, ਉਹਨਾਂ ਦੀ ਵੈਲਿਊ ਗੁਰੂ ਕਹਿੰਦੇ, ਅੱਛਾ ਗੁਰੂ ਤੋਂ ਬਿਨਾਂ ਮਿਲਿਆ ਹੋਇਆ ਗਿਆਨ, ਧਰਮ ਤੋਂ ਬਿਨਾਂ ਦਾ ਧਿਆਨ। ਅੱਜ ਸਾਡੇ ਵਿੱਚ ਬਹੁਤ ਪ੍ਰਚਲਿਤ ਹੈ, ਅਸੀਂ ਜਿਹਨੂੰ ਕਹਿੰਦੇ ਹਾਂ ਮੈਡੀਟੇਸ਼ਨ। ਗੁਰਮਤਿ ਜਿਹੜੀ ਗੁਰੂ ਗ੍ਰੰਥ ਸਾਹਿਬ ਸਟਾਰਟ ਹੁੰਦੀ ਹੈ ਨਾ, ਸਟਾਰਟਿੰਗ ਵਿੱਚ ਗੁਰੂ ਸਾਹਿਬ ਕੁਝ ਚੀਜ਼ਾਂ ਨੂੰ ਨਕਾਰਦੇ ਪਏ ਨੇ। ਬੰਦਾ ਦਲੀਲ ਦਿੰਦਾ ਹੈ, ਗੁਰਬਾਣੀ ਵਿੱਚ ਹੈ ਹੀ ਸਵਾਲ ਨੇ, ਬਹੁਤ ਸਾਰੇ ਸਵਾਲ ਨੇ। ਜੇ ਅਸੀਂ ਗੁਰਬਾਣੀ ਨੂੰ ਐਜੂਕੇਸ਼ਨ ਸਮਝੀਏ, ਜਿਵੇਂ ਨਾਮ ਤੋਂ ਬੜਾ ਕਲੀਅਰ ਹੈ, ਉਹ ਗੁਰੂ ਹੈ ਤੇ ਮੈਂ ਸਿੱਖ ਹਾਂ। ਟੀਚਰ ਔਰ ਸਟੂਡੈਂਟ ਵਿੱਚ ਸੰਬੰਧ ਹੀ ਹੁੰਦਾ ਹੈ ਐਜੂਕੇਸ਼ਨ ਦਾ, ਗਿਆਨ ਦੇ ਆਦਾਨ ਪ੍ਰਦਾਨ ਦਾ। ਉਹਦੇ ਜਦੋਂ ਗੁਰੂ ਸਾਹਿਬ ਸਟਾਰਟ ਕਰਦੇ ਨੇ, ਪਹਿਲੀ ਚੀਜ਼ ਤੇ ਗੁਰੂ ਕਾਟਾ ਮਾਰਦੇ ਨੇ, ਕਹਿੰਦਾ ਸੋਚਾਂ ਸੋਚ ਨਾ ਹੋਵੇ। ਜੇ ਤੂੰ ਚਾਹਵੇਂ ਕਿ ਮੈਂ ਤੀਰਥਾਂ ਤੇ ਜਾ ਕੇ ਲੱਖ ਵਾਰ ਇਸ਼ਨਾਨ ਕਰ ਲਵਾਂ, ਇਹ ਤੇ ਸੋਚ ਜਿਹੜਾ ਹੈ ਉਹ ਸੁਚਮਤਾ ਦੇ ਨਾਲ ਸੰਬੰਧਿਤ ਹੈ। ਕਹਿੰਦੇ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋ ਉੱਥੇ ਗੁਰੂ ਸਾਹਿਬ ਪਹਿਲੀ ਚੀਜ਼ ਨੂੰ ਕਾਟਾ ਮਾਰਦੇ, ਕਹਿੰਦੇ ਸੋਚਾਂ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਫਿਰ ਦੂਜੀ ਚੀਜ਼ ਨੂੰ ਹੋਰ ਕਾਟਾ ਮਾਰਦੇ, ਕਹਿੰਦੇ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਜੇ ਤੂੰ ਚਾਹੇ ਕਿ ਮੈਂ ਮੈਡੀਟੇਸ਼ਨ ਐਜ਼ ਅ ਟੂਲ ਫॉर ਪੀਸ ਕੋਈ ਯੂਜ਼ ਕਰਨਾ ਚਾਹੇ ਕਰ ਸਕਦਾ ਹੈ, ਲੇਕਿਨ ਮਾਈਂਡ ਕੰਟਰੋਲ ਵਾਸਤੇ ਜਿਹੜਾ ਗੱਲ ਸਾਡੀ ਸਟਾਰਟ ਚੱਲਦੀ ਪਈ, ਉਹਨੇ ਗੁਰ ਬਿਨ ਗਿਆਨ ਧਰਮ। ਅਸੀਂ ਧਿਆਨ ਕਿਹਦਾ ਰੱਖਣਾ ਸੀ? ਧਿਆਨ ਦੀ ਗੱਲ ਗੁਰਬਾਣੀ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਆਏਗੀ। ਗੁਰੂ ਜੋ ਜੀਵਨ ਸਾਡਾ ਸਿਮਰਨ ਕੀ ਹੋਣਾ ਚਾਹੀਦਾ ਸੀ, ਅਸੀਂ ਅੱਜ ਮੈਡੀਟੇਸ਼ਨ ਦੇ ਬਦਲਵੇਂ ਸਰੂਪ ਨੂੰ ਸਿਮਰਨ ਕਹਿ ਰਹੇ ਹਾਂ। ਗੁਰਬਾਣੀ ਨੇ ਸਾਨੂੰ ਕੁਝ ਜੀਵਨ ਜਾਚਾਂ ਦਿੱਤੀਆਂ ਨੇ। ਗੁਰਬਾਣੀ ਕਹਿੰਦੀ ਵੀ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ। ਕਿਸੇ ਪਰਾਏ ਦਾ ਹੱਕ ਖਾਣਾ ਕਿਤਨਾ ਮਾੜਾ ਹੈ। ਹਿੰਦੂ ਵਾਸਤੇ ਗਾਂ ਖਾਣੀ, ਮੁਸਲਮਾਨ ਵਾਸਤੇ ਸੂਵਰ ਖਾਣਾ। ਸੋ ਕਿਸੇ ਦਾ ਹੱਕ ਕਿਸੇ ਦਾ ਖਾਣਾ, ਉਹ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਜਾਂ ਗੁਰੂ ਕਹਿੰਦੇ ਨੇ ਵੀ ਫਰੀਦਾ ਬੁਰੇ ਦਾ ਭਲਾ ਕਰ। ਗੁਰੂ ਕਹਿੰਦੇ ਨੇ ਅਹਿਰਕਵਾਦ ਨਾ ਕੀਜੇ ਰੇ ਮਨ। ਗੁਰੂ ਕਹਿੰਦੇ ਨੇ ਜਿਸ ਅੰਤਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਈ ਭਲਾ। ਉਹਦਾ ਭਲਾ ਹੋ, ਜਿਹਦਾ ਤਾਤ ਪਰਾਈ ਤੋਂ ਮਤਲਬ ਸੜਕਣ, ਵੀ ਕਿਸੇ ਜੈਲਸੀ, ਕਿਸੇ ਦੀ ਬੰਦੇ ਦੀ ਤਰੱਕੀ ਦੇਖ ਕੇ ਤੇਰੇ ਮਨ ਵਿੱਚ ਜੇ ਸੜਕਣ ਪੈਦਾ ਹੋ ਰਹੀ ਹੈ, ਜਿਸ ਅੰਤਰ ਤਾਤ, ਇਹ ਰੱਬੀ ਹੁਕਮ ਨੇ। These don't apply to a particular caste or a creed ਕਿ ਇਹ ਹਿੰਦੂ ਜਿਸ ਇਹ ਰੱਬੀ ਨਿਯਮ ਨੇ। ਜਿਸ ਅੰਤਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਈ ਭਲਾ। ਰੱਬੀ ਨਿਯਮ ਨੇ। ਗੁਰੂ ਕਹਿੰਦਾ ਵੀ ਅਨਕ ਅਡੰਬਰ ਮਾਇਆ ਕੇ ਬਿਰਥੇ। ਜਿਹੜਾ ਆਸਟੇਨੀਅਸ ਸ਼ੋ ਆਫ ਮਨੀ ਹੈ ਨਾ, ਸਾਡੇ ਵਿਆਹ ਦੇਖ ਲਓ, ਜਿਸ ਕਿਸਮ ਦੇ ਵਿਆਹ ਅਸੀਂ ਕਰਨੇ ਆ, ਤੇ ਵੀ ਉਹ ਅਨਕ ਅਡੰਬਰ ਮਾਇਆ ਕੇ ਬਿਰਥੇ ਇਨਸਿਓ ਪ੍ਰੀਤ ਘਟਾਓ। ਸਿਮਰਨ ਕਿਹਦਾ ਕਰਨਾ ਸੀ ਅਸੀਂ? ਸਾਡੇ ਜੀਵਨ ਵਿੱਚ ਜਿਉਂਦਿਆਂ ਗੁਰਮਤਿ ਵੀ ਅਸੀਂ ਬਾਣੀ ਪੜ੍ਹਨੀ ਕਿਉਂ ਹੈ? ਅਸੀਂ ਸਾਡੇ ਅੰਦਰ ਇੱਕ ਫੈਕਲਟੀ ਕ੍ਰੀਏਟ ਕਰਨੀ ਹੈ। ਜਿਹੜਾ ਬੰਦਾ ਮੈਡੀਸਿਨ ਪੜ੍ਹਦਾ ਹੈ, ਜਿਹੜਾ ਬੰਦਾ ਇੰਜੀਨੀਅਰਿੰਗ ਕਰਦਾ, ਉਹ ਕਰਦਾ ਕੀ ਹੈ? ਗੁਰੂ ਜੋ ਟੀਚਰ ਹੈ, ਉਹ ਕੁਝ ਚੀਜ਼ਾਂ ਉਹਨਾਂ ਨੂੰ ਦੱਸਦਾ ਹੈ, ਕੋਈ ਸਿਧਾਂਤ ਦੱਸਦਾ ਹੈ, ਕੋਈ ਫਾਰਮੂਲੇ ਦੱਸਦਾ ਹੈ। ਉਹ ਉਹਦੇ ਹਿਸਾਬ ਨਾਲ ਆਪਣੇ ਅੰਦਰ ਇੱਕ ਫੈਕਲਟੀ ਕ੍ਰੀਏਟ ਕਰਦਾ ਹੈ। ਡਾਕਟਰ ਨੇ ਕੋਈ ਚੀਜ਼ ਪੜ੍ਹੀ ਸੀ, ਉਹਦੇ ਗੁਰੂ ਨੇ ਉਹਨੂੰ ਕੋਈ ਚੀਜ਼ ਸਿਖਾਈ ਸੀ। ਹੁਣ ਲੋੜ ਪੈਣ ਦੇ ਉੱਤੇ ਹੋ ਸਕਦਾ 5 ਸਾਲਾਂ ਬਾਅਦ, 10 ਸਾਲਾਂ ਬਾਅਦ, ਦੈਟ ਸ਼ੁੱਡ ਆਲਵੇਜ਼ ਰਿਮੇਨ ਇਨ ਦ ਬੈਕ ਆਫ ਹਿਸ ਮਾਈਂਡ। ਉਹ ਜਦੋਂ ਆਪਰੇਸ਼ਨ ਕਰੇ, ਕਿਸੇ ਬੰਦੇ ਦਾ ਕੋਈ ਚੀਜ਼ ਕੱਟੇ, ਉਹਨੂੰ ਉਹਦੇ ਸਾਰਾ ਗਿਆਨ ਜਿਹੜਾ ਹੈ ਨਾ। ਸੋ ਸਾਡਾ ਸਿਮਰਨ, ਇਹ ਸਾਡਾ ਧਿਆਨ ਇਹ ਹੋਣਾ ਚਾਹੀਦਾ ਸੀ ਕਿ ਸਾਡੇ ਜੀਵਨ ਵਿੱਚ ਗੁਰਮਤਿ। ਜੇ ਮੈਂ ਉਹ ਕਹਿੰਦੇ ਵੀ ਉਹ ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਆਂ ਕਰੇ ਕਰਤਾਰ। ਜੇ ਅਸੀਂ ਕਿਸੇ ਗਰੀਬ ਵਾਚਮੈਨ ਨੂੰ ਡਾਂਟ ਦਿੰਦੇ ਆ, ਅਸੀਂ ਜ਼ੋਰ ਕਿੱਥੇ ਅਜਮਾਨੇ ਆ? ਜਿੱਥੇ ਸਾਡਾ ਜ਼ੋਰ ਚੱਲਦਾ ਹੋਵੇ। ਫਲਾਣਾ ਬੰਦਾ ਅਮੀਰ ਹੈ, ਅਸੀਂ ਉਹਨੂੰ ਕਹਿੰਦੇ ਉਹਨੂੰ ਕੀ ਕਹੀਏ ਵਿਚਾਰੇ ਨੂੰ, ਉਹ ਤੇ ਹੁਣ ਉਹਦੀ ਗੱਲ ਤੇ ਮੰਨਣੀ ਪਏਗੀ।
ਸੋ ਜਿਹੜੇ ਗੁਰਮਤਿ ਦੇ ਫੈਸਲੇ ਜਿਹੜੇ ਨੇ ਨਾ, ਸੋ ਜਿਹੜਾ ਗੁਰੂ ਜਿਹੜੀ ਗੱਲ ਸਿਮਰਨ ਦੀ ਜਿਹੜੀ ਗੱਲ ਚੱਲਦੀ ਪਈ ਸੀ ਨਾ, ਕਹਿੰਦੇ ਗੁਰ ਬਿਨ ਗਿਆਨ ਧਰਮ ਬਿਨ ਧਿਆਨ। ਅਸੀਂ ਧਿਆਨ ਕਿਹੜਾ ਲਾਈ ਬੈਠੇ ਹਾਂ? ਅਸੀਂ ਇਹ ਧਿਆਨ ਲਾਈ ਬੈਠੇ ਹਾਂ ਕਿ ਮੇਰਾ ਧਿਆਨ ਲੱਗਿਆ ਜਾਂ ਨਹੀਂ ਲੱਗਿਆ। ਅਸੀਂ ਕਿਸੇ ਐਬਸਟਰੈਕਟ ਗੋਡ ਨੂੰ ਦੇਖਣਾ ਚਾਹੁੰਦੇ ਹਾਂ। ਕੋਈ ਕਹਿੰਦਾ ਰੋਸ਼ਨੀ, ਕੋਈ ਵਾਟ ਐਵਰ ਡਿਫਰੈਂਟ ਵੇਸ। ਸੋ ਗੁਰਮਤਿ ਦਾ ਟੂਲ ਆਫ ਮਾਈਂਡ ਕੰਟਰੋਲ ਇਸ ਕਹਿੰਦਾ ਮਨ ਸਮਝਾਵਨ ਕਾਰਨੇ कछु को पढ़िए ज्ञान। ज्ञान का बद्धा मन रहे। जे माइंड ਨੂੰ कंट्रोल करना है ना, ध्यान काम नहीं आएगा। जपजी साहब गुरु पहले निकेत कहते ना चुप है, चुप ना, तू जितना मर्जी कोशिश कर, मैं मेरे मन को चुप बिठा लवा, मन ने दौड़ ही जाना है। एक गुरबानी में एक सवाल जवाब आता है भी मन को, गुरबानी जितनी गुरबानी का संबोधन सारा मन ਨੂੰ है। मम्मा मन स्यों काज है, मन साधे सिद्ध होए। जे साडा माइंड कंट्रोल विच आ जावे ना, हुण गुरु कहंदे अच्छा फिर माइंड कंट्रोल विच किवें आवे? एक सवाल जवाब आंदा है गुरबानी विच, कहंदे ए मनुआ क्यों कर बसिया आवे। जे गल सारी मन दी है, कहंदे जो गुरु दिया सो मन के काम। गुरु जो असी बाहर दा पहरावा, ए साडे संस्थानिक जिहड़ा समाज है ना, ओदे कुछ चिन्ह हो सकते हैं। इन्हों का जिक्र गुरु ग्रंथ साहब विच सानूं नहीं मिलेगा। सो जिहड़ा इत्थे इक गल चलदी पई ना कि भी कहंदे ए मनुआ क्यों कर बसिया आवे, फिर अगे नाल जवाब दिंदे कहंदे गुर प्रसादी ठाकी है, ज्ञान मती कर आवे। जे तैनूं गुरु कहे ना निमक काम स्वाद कारणे कोट जन्म दुख पाए, फिर तेरे मन में सोचना पेगा। जिहड़ा गुरु की नाना कहंदे ने गुरु रब्बी जो नियम ने, गुरु कहंदे पर तरिया रूप ना पेखे नेत्र, हुक्म है। पराई स्त्री पराए मर्द जो एक दूजे ਨੂੰ उस माड़ी नज़र ਨਾਲ ना तके। फिर गुरु सानू नाल कहंदे निमक काम स्वाद करने, तो मोमेंटरी प्लेजर वास्ते तू बहुत दुख पाएगा। बंदा इस पक्षों जे अपने मन ਨੂੰ रोक लवे तो रोक लवे। जे बंदा कोई कहे कि मैडिट इनू गुरमत नहीं प्रवान करती, ये चर्चा का विषय नहीं है। जो कोई समझदा करती है, इट इज़ नोबडी कैन ड्रैग एनीबडी टू, उनको तो पानी नहीं पिला सकते। गुरमत अपनी दलील देती है, जिसनों ठीक लगती है लेना चाहे लै सकता है, जिन्होंने नहीं ठीक लगती वो अपना राह जड़ा ना। थोड़ी गल साडी चलती सी गुर बिन ज्ञान धर्म बिन ध्यान। धर्म का तो ध्यान रखना सी, जिंदगी के पल पल विच ये सोचना सी कि मैं कितने अधर्मी काम तो नहीं करता पिया, मैं जो भी करना पिया उहदे विच कितने मेरे को ऐसा कोई काम तो नहीं हो रहा जो गुरु नूं परवान ना होवे। गुर बिन ज्ञान धर्म बिन ध्यान सच बिन साखी। साखी कहते ने शिक्षा नूं कह लो या गवाही नूं कह लो, जिस गवाही विच सच ना होवे उहदे च की रह गया। गुर बिन ज्ञान धर्म बिन ध्यान सच बिन साखी, मूल हो ना बाकी, उहदे च है नहीं कोई लैन जोगा। ना गुरु गुरमत के ज्ञान तो बाहर का ज्ञान, ना धर्म दे विच ध्यान रखना है। थोड़ी सिक्ख्या जिहड़ा ना वो भी जे सच नहीं उहदे विच सिक्ख्या विच उहनूं लैके कोई फायदा नहीं। जी साडी गल स्टार्ट की, जी बिल्डअप करनी शुरू की सी बई जहां ज्ञान तह धर्म है। ज्ञान ही ना लग्या, धर्म नहीं वो भरम हो सकता है साडा। जो गुरु भरम नूं डिफाइन कर देना, गुरु कहते हैं भरम है किनू, भरम कहते किनू ने, कहते हैं माधवे क्या कहिए भरम ऐसा कैसा, कहते हैं जैसा मानिए होए ना तैसा। असी किसी चीज़ नूं धर्म समझ लीए, असी कुछ असी बना लेते अपना ना भी एवें जाना है तो एवें परिक्रमा करनी है, इत्थे नमस्कार करना है, इत्थे इनू धोना है, ये हाथ एवें साफ करने ने। असी कुछ चीज़ों नूं धार्मिक बना लेता, लेकिन उन्हां 'च धर्म है नहीं। जो गुरु भरम नूं डिफाइन कर देना, कहते हैं माधवे क्या कहिए भरम ऐसा जैसा मानिए। वो सारा शब्द ही ऐसा है। नरपत एक सिंहासन सोया सुपने पया भिखारी, ਉਹਦੇ ਚੋਂ ਇੱਕ ਜਿਹੜਾ ਸੱਪ और रस्सी का ਜਿਹੜਾ प्रसंग है भी बंदा सप ਨੂੰ रस्सी समझ के हाथ पा देवे जानो जाएगा, तो जो होवे सप ਉਹਨੂੰ रस्सी समझ के हाथ पावे फिर भी जानो जाएगा। थोड़ा और भरम है ही हो जिन्हों ਅਸੀਂ समझिए धर्म, लेकिन ਉਹਦੇ 'ਚ धर्म होवे ना। तो ਇਹ ਜਿਹੜੀ ਗੱਲ ਜਦੀ ਵੀ ਗੁਰ ਬਿਨ ਗਿਆਨ धर्म बिन ध्यान सच, पहला ज्ञान की लोड़ है। ज्ञान तो बिना जो ਅਸੀਂ करांगे वो ज्ञान ही होना, ज्ञान पूजा की कोई वैल्यू नहीं। लेकिन फिर ज्ञान किहड़ा होवे, गुर बिन ज्ञान धर्म बिन ध्यान। और फिर गुरु एक आगे होर गल करते हैं, कहते हैं जो प्राणी जल बिन है मरता, त्यों सिख गुर बिन मर जाए। साडा शरीर रहेगा,
ਅਸੀਂ ਅਜੇ ਸ਼ਾਇਦ ਪਗੜੀ ਵੀ ਪਾਉਂਦੇ ਰਵਾਂਗੇ, ਸਾਡੀ ਦਾੜੀ ਕੇਸ ਉਹ ਸਾਰੇ ਹੋਣਗੇ, ਅਸੀਂ ਸ਼ਾਇਦ ਉੱਤੋਂ ਗਾਤਰਾ ਵੀ ਪਾਉਂਦੇ ਹੋਈਏ, ਲੇਕਿਨ ਜੇ ਗੁਰਮਤਿ ਦੇ ਸਿਧਾਂਤ ਸਾਡੀ ਗੱਲ ਜਲਦੀ ਪਿੱਛੇ ਹੋਣ ਕਿ ਅਸੀਂ ਆਫਟਰ ਡੈਥ ਦੇ ਵਿਸ਼ੇ ਨੂੰ ਨਾ ਟੱਚ ਕਰਿਆ ਜੀ। ਤਾਂ ਮੈਂ ਇਹ ਵਾਲੇ ਫਿਜ਼ੀਕਲ ਆਫਟਰ ਡੈਥ ਦੇ ਵਿਸ਼ੇ ਨੂੰ ਨਹੀਂ ਟੱਚ ਕਰਾਂਗਾ। ਉਹਦਾ ਆਪਣਾ ਇੱਕ ਪੱਖ ਹੈ ਗੁਰਬਾਣੀ ਦਾ, ਉਹ ਆਪਣੀ ਥਾਂ ਦੇ ਉੱਤੇ ਜਿੱਥੇ ਜਿਹੜੀ ਗੱਲ ਹੈ ਨਾ, ਅਸੀਂ ਜਿਹੜੀ ਗੱਲ ਕਰਨੇ ਪਣਾ ਗੁਰੂ ਕਿਹੜੀ ਮੌਤ ਦੀ ਗੱਲ ਪੇ ਕਰਦੇ ਨੇ, ਗੁਰੂ ਕਿਸ ਮੌਤ ਨੂੰ ਜ਼ਿਆਦਾ ਜਿਸ ਤੋਂ ਗੁਰੂ ਸਾਨੂੰ ਹਮੇਸ਼ਾ ਬਚਣ ਨੂੰ ਕਹਿੰਦੇ ਨੇ। ਜਿਹੜਾ ਸਾਡਾ ਡੈਥ ਆਫ ਕੌਨਸ਼ੀਅਸ ਹੈ ਨਾ, ਸਾਡੇ ਜ਼ਮੀਰ ਦਾ ਮਰਨਾ, ਜਿਹੜਾ ਗੁਰੂ ਕਹਿੰਦਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਬੰਦੇ ਨੂੰ ਪਾਣੀ ਨਾ ਮਿਲੇ ਬੰਦੇ ਨੇ ਮਰ ਜਾਣਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਸਰੂਪ ਦੀ ਸਿੱਖੀ ਗੁਰੂ ਗ੍ਰੰਥ ਸਾਹਿਬ ਵਿੱਚ ਢੂੰਡੋਗੇ ਤਾਂ ਵੀ ਨਹੀਂ ਮਿਲੇਗੀ ਕਿ ਇਹ ਅਟਾਇਰ ਅਸੀਂ ਨਾ ਵੀ ਆਰ ਸਲਾਈਟਲੀ ਕਨਫਿਊਜ਼ਡ ਬਿਟਵੀਨ ਐਪਰੋਪਰੀਏਟ ਐਂਡ ਸੇਕ੍ਰੇਡ। ਸਾਡੇ ਵਿੱਚ ਹੁਣ ਅਸੀਂ ਕਹਿੰਦੇ ਦਰਬਾਰ ਸਾਹਿਬ, ਹੁਣ ਗੁਰਮਤਿ ਦੇ ਵਿਸ਼ੇ ਵਿੱਚ ਬੰਦਾ ਜਿਹਦੇ ਨਾਲ ਮਰਜ਼ੀ ਗੱਲ ਕਰੇ ਉਹ ਕਹੇਗਾ ਗੁਰਮਤਿ ਕਿਸੇ ਸੇਕ੍ਰੇਡ ਸਥਾਨ ਨੂੰ ਨਹੀਂ ਬਿਲੀਵ ਕਰਦੀ, ਵੀ ਉਹ ਕਹਿੰਦੇ ਜੈ ਬਿਸਾਲੇ ਤੈ ਬੈਸਾ ਸੁਆਮੀ, ਜੈ ਭੇਜੇ ਤੈ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭ ਹੈ ਪਵਿੱਤ ਹੈ ਥਾਵਾਂ। ਗੁਰਮਤਿ ਇਸ ਗੱਲ ਵਿੱਚ ਨਹੀਂ ਬਿਲੀਵ ਕਰਦੀ ਕਿ ਕੋਈ ਜਗ੍ਹਾ ਵਿਸ਼ੇਸ਼ ਤੌਰ ਦੇ ਉੱਤੇ, ਨਾ ਕੋਈ ਸਮਾਂ ਨਾ ਕੋਈ ਪਲੇਸ ਵਿਸ਼ੇਸ਼ ਤੌਰ ਦੇ ਉੱਤੇ ਸੇਕ੍ਰੇਡ ਹੈ। ਹਾਂ, ਲੇਕਿਨ ਗੁਰਬਾਣੀ ਦਾ ਇੱਕ ਪੱਖ ਜ਼ਰੂਰ ਹੈ, ਐਪਰੋਪਰੀਏਟ ਹੋ ਸਕਦੇ ਨੇ। ਦੇयर ਇਜ਼ ਅ ਡਿਫਰੈਂਸ। ਸਾਡੇ ਵਾਸਤੇ ਉਹ ਕੇਂਦਰੀ ਸਥਾਨ ਹੈ, ਸਾਨੂੰ ਜੋ ਸਾਧਨ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦਾ ਉੱਥੋਂ ਮਿਲੇਗਾ। ਅੰਮ੍ਰਿਤ ਵੇਲੇ ਦੀ ਗੁਰੂ ਸਾਹਿਬ ਇੱਕ ਥਾਂ ਤੇ ਕਹਿੰਦੇ ਨੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਸ ਵੇਲਾ ਭਗਤ ਹੋਏ, ਕਿਉਂਕਿ ਗੁਰਮਤਿ ਦੀ ਭਗਤੀ ਘੰਟੇ 2 ਘੰਟੇ ਤੇ ਹੈ ਹੀ ਨਹੀਂ, ਇਹ ਜੀਵਨ ਜਾਚ ਹੈ। ਜੇ ਗੁਰਬਾਣੀ ਦੇ ਗੁਰਮਤਿ ਦੇ ਫੈਸਲਿਆਂ ਨੂੰ ਆਪਣੇ ਜ਼ਿਹਨ ਵਿੱਚ ਰੱਖਦਿਆਂ ਹਰ ਕੰਮ ਕਰਨ ਦਾ ਨਾਮ ਭਗਤੀ ਹੈ, ਫਿਰ ਉਹਨੂੰ ਘੰਟੇ 2 ਘੰਟੇ ਵਾਸਤੇ ਕਿਵੇਂ ਕੀਤਾ ਜਾਏ? ਉਹਨੂੰ ਘੰਟੇ 2 ਘੰਟੇ ਗੁਰਮਤਿ ਗੁਰਬਾਣੀ ਜਿੱਥੇ ਆਏਗਾ ਨਾ, ਦਮ ਦਮ ਸਦਾ ਸੰਭਾਲਦਾ ਦਿਨ ਵੀ ਗਾਉ ਕਿੱਥੇ ਕਈ ਵਾਰ ਗੱਲ ਚੱਲਦੀ ਹੈ ਬੰਦੇ ਨੂੰ 2 ਘੰਟੇ ਤੇ 2.5 ਘੰਟੇ ਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਮਿਲੇਗਾ ਸਾਨੂੰ। ਇੱਥੇ ਤੇ ਦਮ ਹਰ ਪਲ ਰੱਬ ਦੇ ਯਾਦ ਵਿੱਚ ਰਹਿਣਾ। ਜਿਹੜੀ ਗੱਲ ਚੱਲਦੀ ਪਈ ਸੀ ਨਾ ਵੀ ਗੁਰਬਾਣੀ ਇੱਕ ਜਿਹੜਾ ਹਾਂ ਐਸੇ ਬਹੁਤ ਸਾਰੇ ਸ਼ਬਦ ਨੇ ਵੀ ਉਹ ਜਿਹੜਾ ਸਵੇਰੇ ਉੱਠਣ ਦੀ ਪ੍ਰੇਰਨਾ ਦਿੰਦੇ ਨੇ, ਐਪਰੋਪਰੀਏਟ ਟਾਈਮ, ਸੇਕ੍ਰੇਡ ਨਹੀਂ। ਬੰਦਾ ਚੋਰ ਵੀ ਤਾਂ ਸਵੇਰੇ ਉੱਠਦਾ, ਹੁਣ ਬੰਦਾ ਕੀ ਕੋਈ ਸਮਾਂ ਸੇਕ੍ਰੇਡ ਹੈ ਨਹੀਂ। ਜੇ ਬੱਚਿਆਂ ਨੇ ਵੀ ਪੜ੍ਹਾਈ ਕਰਨੀ ਹੋਣਾ, ਅਸੀਂ ਆਮ ਤੌਰ ਤੇ ਉਹਨੂੰ ਕਹਾਂਗੇ ਸਵੇਰੇ ਉੱਠ ਕੇ ਪੜ੍ਹ, ਤੇਰਾ ਦਿਮਾਗ ਵੀ ਫਰੈਸ਼ ਰਹੇਗਾ, ਤੇਰੇ ਬੋਡੀ ਦੀ ਥਕਾਨ ਵੀ ਲੈ ਗਈ ਹੋਏਗੀ। ਗੁਰਬਾਣੀ ਕਿਉਂਕਿ ਐਸੇ ਬਹੁਤ ਸਾਰੇ ਅੰਮ੍ਰਿਤ ਵੇਲੇ ਨਾ ਵੀ ਉਹ ਭਿੰਨੀ ਰੈਣੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਉਹ ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਗੁਮਾਨਾ, ਵੀ ਸਵੇਰੇ ਉੱਠ ਕੇ ਰੱਬ ਦਾ ਨਾਮ ਜਪਿਆ ਕਰ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ। ਸੋ ਗੁਰਬਾਣੀ 'ਚ ਉਸ ਕਿਸਮ ਦੇ ਵੀ ਫਰਮਾਨ ਨੇ, ਲੇਕਿਨ ਗੁਰਬਾਣੀ ਕਿਸੇ ਸਥਾਨ ਨੂੰ ਪਵਿੱਤਰ ਨਹੀਂ ਸਮਝਦੀ, ਨਾ ਕਿਸੇ ਸਮੇਂ ਨੂੰ। ਹਾਂ, ਐਪਰੋਪਰੀਏਟ ਇਨਐਪਰੋਪਰੀਏਟ ਜ਼ਰੂਰ ਨੇ। ਸੋ ਜਿਹੜੀ ਸਾਡੀ ਗੱਲ ਜਿੱਥੋਂ ਅਸੀਂ ਉਹਨੂੰ ਟੱਚ ਕਰ ਸਕਦੇ ਜਿਹੜਾ ਵੀ ਉਹ ਗੁਰੂ ਜਿਹੜੀ ਗੱਲ ਪੇ ਕਰਦੇ ਨਾ, ਆਪਣੇ ਮਰਨ ਤੋਂ ਪਹਿਲੇ ਕਿੱਥੇ ਤੂੰ ਇਖਲਾਕੀ ਤੌਰ ਦੇ ਉੱਤੇ, ਜ਼ਮੀਰ ਦੇ ਤੌਰ ਦੇ ਉੱਤੇ ਤੇਰਾ ਜੋ ਕੌਨਸ਼ੀਅਸ ਹੈ ਉਹ ਕਿੱਥੇ ਨਾ ਮਰ ਜਾਏ। ਜੇ ਉਹ ਮਰ ਗਿਆ, ਜਿਹਨੂੰ ਗੁਰੂ ਕਹਿੰਦੇ ਨੇ ਵੀ ਉਹ ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖੀ ਅਸੀਂ ਪਹਿਲਾਂ ਵੀ ਉਹਨੂੰ ਡਿਫਾਈਨ ਕਰਕੇ ਆ ਰਹੇ ਹਾਂ। ਸਿੱਖੀ ਨੂੰ ਜੇ ਗੁਰੂ ਗ੍ਰੰਥ ਸਾਹਿਬ ਡਿਫਾਈਨ ਕਰਦੇ ਨਾ, ਇੱਕੋ ਚੀਜ਼ ਹੈ, ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਵਿਚਾਰਧਾਰਾ ਨੂੰ, ਗੁਰੂ ਦੇ ਫਲਸਫੇ ਨੂੰ ਸਿੱਖਣ ਦਾ ਨਾਮ ਸਿੱਖੀ ਹੈ। ਅਸੀਂ ਆਮ ਤੌਰ ਤੇ ਕਹਾਂਗੇ ਵੀ 5 ਸਰੂਪ 5 ਕਕਾਰਾਂ ਵਾਲੀ ਸਿੱਖੀ ਹੈ। ਆਮ ਤੌਰ ਤੇ ਜੇ ਕਿਸੇ ਬੰਦੇ ਨੂੰ ਸਿੱਖ ਨੂੰ ਡਿਫਾਈਨ ਕਰਨਾ ਹੈ ਨਾ, ਕਹੇਗਾ ਸਿੱਖ ਕੌਣ ਹੁੰਦਾ, ਕਹਿੰਦਾ ਜੀ 5 ਕਕਾਰੀ। ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਨਹੀਂ, 5 ਕਕਾਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਸਾਡੇ ਕੁਝ ਹੋਰ ਚੀਜ਼ਾਂ ਜਿਹੜੀਆਂ ਨੇ ਨਾ, ਅਸੀਂ ਗਿਆਨ ਹੋਰ ਸੰਸਥਾ ਦੇ ਵਿੱਚ ਕਨਫਿਊਜ਼ਡ ਹਾਂ। ਦੋਨੋਂ ਦਾ ਐਪਰੋਪਰੀਏਟ ਪਲੇਸ ਹੈ। ਸੇਂਟ ਵਿੰਸੈਂਟ ਸਕੂਲ ਔਰ ਮੈਥਸ, ਸੇਂਟ ਵਿੰਸੈਂਟ ਸਕੂਲ ਜਾਂ ਸੇਂਟ ਮੈਰੀ ਸਕੂਲ ਜਾਂ ਗੁਰੂ ਨਾਨਕ ਸਕੂਲ, ਇਹ ਸੰਸਥਾਵਾਂ ਨੇ। ਮੈਥਸ ਜੋ ਹੈ ਨਾ ਸੱਚ ਹੈ। ਗਿਆਨ ਜੋ ਹੈ ਨਾ, ਗਿਆਨ ਦਾ ਪ੍ਰਚਾਰ ਪ੍ਰਸਾਰ ਸੰਸਥਾ ਦੀ ਜ਼ਿੰਮੇਵਾਰੀ ਹੈ, ਲੇਕਿਨ ਸੰਸਥਾ ਗਿਆਨ ਤੋਂ ਉੱਚੀ ਕਦੀ ਨਹੀਂ ਹੁੰਦੀ। ਸੰਸਥਾ ਨੂੰ ਚਲਾਉਣ ਵਾਲੇ ਬੰਦੇ ਹੁੰਦੇ ਨੇ, ਉਹਨਾਂ ਵਿੱਚ ਆਪਣੀਆਂ ਕਮੀਆਂ ਹੋ ਸਕਦੀਆਂ ਨੇ, ਉਹਨਾਂ ਵਿੱਚ ਆਪਣੀਆਂ ਬੁਰਾਈਆਂ ਹੋ ਸਕਦੀਆਂ ਨੇ। ਉਹ ਜਿਸ ਗਿਆਨ ਨੂੰ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜਿਹੜੀ ਸੰਸਥਾ ਖੜੀ ਹੋਈ ਹੈ ਨਾ, ਹੋ ਸਕਦਾ ਹੈ ਉਸ ਤੋਂ ਕੋਸੋਂ ਦੂਰ ਹੋਣ।
ਅੱਜ ਅਸੀਂ ਆਪਣੇ ਸੰਸਥਾਵਾਂ ਨੂੰ ਦੇਖਾਂਗੇ, ਗੁਰਦੁਆਰਿਆਂ ਨੂੰ ਦੇਖਾਂਗੇ, ਤੇ ਜਿਸ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੁਰਦੁਆਰੇ ਖੜੇ ਨੇ, ਅੱਜ ਉਹਨਾਂ ਨੂੰ ਚਲਾਉਣ ਵਾਲੇ ਬੰਦੇ ਜੇ ਅਸੀਂ ਦੇਖੀਏ ਤੇ ਸ਼ਹਿਰ ਦੇ ਚੁਣਿੰਦਾ ਅਮੀਰ ਬੰਦੇ ਜਿਹੜੇ ਨੇ ਨਾ, ਉਹਨਾਂ ਤੇ ਹਰ ਥਾਂ ਦੇ ਉੱਤੇ ਕਾਬਜ ਉਹੀ ਨੇ, ਗੁਰਮਤ ਨਾਲ ਉਹਨਾਂ ਦਾ ਲੈਣਾ ਦੇਣਾ ਨਹੀਂ। ਸੋ ਜਿਹੜੀ ਗੱਲ ਚੱਲਦੀ ਪਈ ਸੀ ਨਾ, ਸਾਨੂੰ ਜਦੋਂ ਬਰੀਕੀ ਨਾਲ ਬੰਦਾ ਐਨਾਲਾਈਜ਼ ਕਰਨਾ, ਸੰਸਥਾ ਵੱਖਰੀ ਚੀਜ਼ ਹੈ, ਗਿਆਨ ਵੱਖਰੀ ਚੀਜ਼ ਹੈ। ਸੰਸਥਾ ਦੀ ਵੀ ਲੋੜ ਹੈ, ਆਈ ਐਮ ਨਾਟ ਡਿਨਾਈਂਗ ਕਿ ਸੰਸਥਾ, ਕਿ ਕੁਝ ਨਿਯਮ ਸੰਸਥਾ ਦੇ ਨੇ। ਜੇ ਕੋਈ ਸੇਂਟ ਵਿੰਸੈਂਟ ਸਕੂਲ ਵਿੱਚ ਜਾਣ ਵਾਲਾ ਬੱਚਾ ਕਹੇ ਕਿ ਨਹੀਂ, ਚਿੱਟੇ ਯੂਨੀਫਾਰਮ ਤੋਂ ਬਿਨਾਂ ਮੈਥਸ ਨਹੀਂ ਪੜ੍ਹੀ ਜਾ ਸਕਦੀ, ਉਹਦਾ ਇਹ ਦਾਵਾ ਗਲਤ ਹੈ। ਜੇ ਕੋਈ ਬੰਦਾ ਕਹੇ ਕਿ ਕੇਵਲ ਅੰਮ੍ਰਿਤਧਾਰੀਆਂ ਨੂੰ ਰੱਬ ਮਿਲੇਗਾ, ਮੈਨੂੰ ਯਾਦ ਹੈ ਰਮਦੇਵ ਜੀ, ਉਹਨਾਂ ਦੇ ਫਰੈਂਡ, ਉਹ ਕੋਈ ਗੁਜ਼ਰ ਗਿਆ ਬੋਰੀ, ਹੀ ਵੈਂਟ ਆਊਟ ਦੇਰ, ਤੋਂ ਇੱਕ ਦੋਸਤ ਨੇ ਕਿਹਾ ਵੀ ਉਹਦੇ ਤੂੰ ਹੀ ਮਿੱਟੀ ਪਾ ਦੇ, ਇਨ ਦਾ ਲਾਈਫ ਟਾਈਮ ਮਾਂ ਨੂੰ ਦਫਨ ਕਰਦੇ ਪਏ ਸਨ ਉਹਨਾਂ ਦੇ, ਕਿ ਤੂੰ ਮਿੱਟੀ ਪਾ ਦੇ, ਜੇ ਕੁਝ ਕਿੱਦਾਂ ਲੈਣਾ ਦੇਣਾ ਉਹਨਾਂ ਨੂੰ ਮੁੱਕ ਜਾਂਦਾ ਹੈ। ਦੂਜੇ ਬੰਦੇ ਨੇ ਹੱਥ ਰੋਕਤਾ ਹੁੰਦਾ, ਕਹਿੰਦਾ ਨਹੀਂ, ਇਹ ਮੋਮਿਨ ਨਹੀਂ, ਇਹ ਮਿੱਟੀ ਨਹੀਂ ਪਾ ਸਕਦਾ। ਗੁਰੂ ਜਿਹੜੀ ਗੱਲ ਕਰਦੇ, ਕਹਿੰਦੇ ਨੇ ਆਪਨ ਬਾਪੇ ਨਹੀਂ ਕਿਸੇ ਕੋ, ਰੱਬ ਕਿਤੇ ਪਿਓ ਦੀ ਜਗੀਰ ਨਹੀਂ। ਆਪਨ ਬਾਪੇ ਨਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ, ਜਿਹਦੇ ਮਨ ਵਿੱਚ, ਅੱਛਾ ਭਾਵਨੀ ਵੀ ਫਿਰ ਅੰਧੀ ਭਾਵਨਾ ਦੀ ਲੋੜ ਨਹੀਂ। ਜਿਹੜੀ ਗੱਲ ਸਟਾਰਟਿੰਗ ਨਾਲ ਗੁਰ ਬਿਨ ਗਿਆਨ ਨਾ ਹੋਵੇ, ਲੇਕਿਨ ਜਿਹੜੀ ਗੱਲ ਚੱਲਦੀ ਪਈ ਨਾ ਵੀ ਉਹ ਜਿਹੜੀ ਗੱਲ ਚੱਲਦੀ ਵੀ ਸਾਡੀ, ਉਹ ਗੁਰੂ ਜਿਹੜੀ ਫਿਜ਼ੀਕਲ ਡੈਥ ਹੈ, ਉਹਦੇ ਕੋਲ ਸਾਰਿਆਂ ਨੂੰ ਆਣੀ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਜੋ ਪੈਦਾ ਹੋਇਆ ਨਾ ਉਹ ਇੱਥੇ ਆਇਆ, ਸਭ ਕੋ ਜਾਸੀ। ਗੁਰੂ ਜਿਹੜੀ ਗੱਲ ਪੇ ਕਰਦੇ ਨੇ, ਜਿਨ੍ਹਾਂ ਉੱਤੇ ਗੁਰੂ ਸਟ੍ਰੈਸ ਲੈ ਕਰਨਾ ਚਾਹੁੰਦੇ ਨੇ, ਤੇਰੇ ਜਿਉਂਦਿਆਂ ਜੀ ਤੂੰ ਕਿਤੇ ਆਤਮਕ ਮੌਤ ਨਾ ਮਰ, ਜਦ ਤੱਕ ਤੇਰੇ ਵਿਸ਼ਵਾਸ ਨੇ, ਜੋ ਤੇਰੀ ਜ਼ਿੰਦਗੀ ਦਾ ਇੱਕ ਪਰਪਸ ਹੈ ਨਾ, ਤੂੰ ਆਇਆ ਹੈ ਪ੍ਰਾਣੀ, ਤੂੰ ਆਇਆ ਲਾਹਾ ਲੈਣ ਜਾਂ ਭਈ ਪ੍ਰਾਪਤ ਮਨੁੱਖ ਦੀ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹਦੇ ਵਿੱਚ ਕਿੱਥੇ ਤੂੰ ਆਪਣੇ ਜ਼ਮੀਰ ਦੇ ਪੱਖੋਂ, ਇਖਲਾਕ ਦੇ ਪੱਖੋਂ, ਤੇਰਾ ਕੌਨਸ਼ੀਅਸ ਜੋ ਹੈ ਨਾ, ਉਹ ਕਿਤੇ ਮਰ ਨਾ ਜਾਏ। ਉਹ ਜਿਹੜੇ ਮਰਨ ਦੀ ਗੱਲ ਕਰਦੇ ਨਾ, ਉਹ ਕਹਿੰਦਾ ਉਹ ਬੰਦਾ ਕਦੋਂ ਮਰਦਾ? ਕਹਿੰਦਾ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਰੱਬ ਨੂੰ ਭੁੱਲਣਾ ਕਿ ਰੱਬ ਕੋਈ ਫਿਜ਼ੀਕਲ ਸ਼ਖਸੀਅਤ ਥੋੜੀ ਨਾ ਹੈ, ਕਿ ਰੱਬ ਕੋਈ ਇਸ ਫਲਾਨੀ ਕੱਦ ਦਾ ਹੈ ਜਾਂ ਇਸ ਰੰਗ ਰੂਪ ਦਾ, ਐਸੀ ਕੋਈ ਗੱਲ ਤੇ ਹੈ ਨਹੀਂ। ਰੱਬ ਦੀ ਰੱਬੀ ਸਿਧਾਂਤਾਂ ਨੂੰ ਭੁੱਲ ਜਾਣਾ ਹੀ ਰੱਬ ਨੂੰ ਭੁੱਲ ਜਾਣਾ ਹੈ। ਜੋ ਗੁਰਮਤਿ ਦੇ ਸਿਧਾਂਤ ਨੇ, ਜੋ ਗੁਰੂ, ਅੱਛਾ ਅਸੀਂ ਕਹਿੰਦੇ ਹਾਂ ਵੀ ਜੋ ਤੁਧ ਭਾਵੇ ਸੋ ਸੱਚ ਧਰਮ, ਜੋ ਰੱਬ ਨੂੰ, ਅੱਛਾ ਇਹ ਫੈਸਲਾ ਕੌਣ ਕਰੇਗਾ ਕਿ ਰੱਬ ਨੂੰ ਕੀ ਪਾਉਂਦਾ ਕੀ ਨਹੀਂ ਪਾਉਂਦਾ? ਜਿਹੜਾ ਬੰਦਾ ਨੰਗੇ ਪੈਰੀ ਜਾ ਰਿਹਾ, ਉਹ ਕਹਿੰਦਾ ਮੇਰੇ ਹਿਸਾਬ ਨਾਲ ਠੀਕ ਹੈ। ਜੋ ਬੰਦਾ ਵਰਤ ਰੱਖ ਰਿਹਾ, ਉਹ ਕਹਿੰਦਾ ਮੇਰੇ ਹਿਸਾਬ ਨਾਲ ਠੀਕ ਹੈ। ਹੁਣ ਇਹਦਾ ਫੈਸਲਾ ਕੌਣ ਕਰੇਗਾ? ਜਦੋਂ ਗੁਰਬਾਣੀ ਦੇ ਜਦੋਂ ਗੁਰੂ ਨੂੰ ਡਿਫਾਈਨ ਕਰਨੇ ਆ ਨਾ, ਗੁਰੂ ਸਾਹਿਬ ਜਦੋਂ ਗੁਰੂ ਨੂੰ ਡਿਫਾਈਨ ਕਰਦੇ ਨੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਸਤਿਗੁਰੂ ਹੈ ਹੀ ਉਹ ਬੰਦਾ ਜਿਹਦੀ ਰੱਬ ਦੇ ਨਾਲ ਪਛਾਣ ਹੋਵੇ। ਕਈ ਥਾਵਾਂ ਤੇ ਗੁਰਬਾਣੀ 'ਚ ਨਹੀਂ, ਕਈ ਥਾਵਾਂ ਤੇ ਨਾ ਰੱਬ ਔਰ ਗੁਰੂ ਨੂੰ ਸਰੂਪ ਹੀ ਕੋ ਦੱਸਿਆ ਗਿਆ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ ਉਸ ਪੱਖੋਂ, ਕਿ ਨਾ ਸਾਡਾ ਰੱਬ ਸ਼ਰੀਰ ਹੈ, ਨਾ ਸਾਡਾ ਗੁਰੂ ਸ਼ਰੀਰ ਹੈ। ਸੋ ਜਿਹੜੀ ਗੱਲ ਅਸੀਂ ਸਟਾਰਟ ਕਰਦੇ ਨੇ ਵੀ ਬੰਦਾ ਇਖਲਾਕ ਦੇ ਤੌਰ ਤੇ, ਜ਼ਮੀਰ ਦੇ ਤੌਰ ਦੇ ਉੱਤੇ ਕਦੋਂ ਮਰ ਜਾਂਦਾ ਹੈ? ਕਿਤੇ ਉਹ ਜਿਹੜਾ ਕਹਿੰਦੇ ਵੀ ਉਹ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਉਸੇ ਸਮੇਂ ਦੇ ਉੱਤੇ ਮੇਰੀ ਆਤਮਕ ਮੌਤ ਜਿਹੜੀ ਨਾ, ਉਹ ਹੈ ਸਰੀਰ ਕਰਕੇ ਅਸੀਂ ਹਜੇ ਵੀ ਬਰਕਰਾਰ ਹਾਂ। ਗੁਰੂ ਨੂੰ ਜ਼ਿਆਦਾ ਚਿੰਤਾ ਉਸ ਪੱਖੋਂ ਹੈ ਕਿ ਤੂੰ ਜਿਉਂਦਿਆਂ ਜੀ ਤਾਂ ਨਹੀਂ ਮਰਦਾ ਪਿਆ, ਕਿਤੇ ਸਰੀਰ ਤੇ ਜਾਣਾ ਹੈ, ਅੱਜ ਵੀ ਜਾਏਗਾ, ਕੱਲ ਵੀ ਜਾਏਗਾ। ਤੂੰ ਜਿਉਂਦਿਆਂ ਜੀ ਜਿਤਨਾ ਸਮਾਂ ਤੈਨੂੰ ਮਿਲਿਆ, ਉਹਦੇ ਵਿੱਚ ਕਿਤੇ ਤੂੰ ਉਸ ਪੱਖੋਂ ਤਾਂ ਨਹੀਂ ਮਰ ਰਿਹਾ। ਜਿਹੜੇ ਗੁਰੂ ਕਹਿੰਦੇ ਆਖਾਂ ਜੀਵਾਂ ਵਿਸਰੈ that instant, ਤੂੰ ਜਦ ਤੱਕ ਰੱਬ ਦੀ ਸਿਫਤ ਸਲਾਹ ਕਰਨਾ ਪਿਆ ਨਾ, ਜਿਹੜੀ ਗੁਰਬਾਣੀ ਦੀ ਕਿਹੜਾ ਇੱਕ ਪੱਖ ਆਉਂਦਾ ਵੀ ਨਾਮ ਸਿਮਰਨ ਦਾ, ਰੱਬ ਦੀ ਵਡਿਆਈ ਕਰਨੀ। ਰੱਬ ਦਾ ਨਾਮ ਰੱਬੀ ਹੁਕਮ ਨੇ। ਅਸੀਂ ਚਾਹੁੰਦੇ ਹਾਂ ਕਿ ਮੈਂ ਜੋ ਮਰਜ਼ੀ ਕਰਾਂ, ਲੋਕਾਂ ਕੋਲੋਂ ਆਪਣਾ ਨਾਮ ਜਪਵਾਵਾਂ। ਅਸੀਂ ਸਿੱਧੇ ਜਾਂ ਪੁੱਠੇ ਤਰੀਕੇ ਦੇ ਨਾਲ ਆਪਣਾ ਪ੍ਰਗਟਾਵਾ ਕਰਨਾ ਹੀ ਕਰਨਾ ਹੈ, ਉਹ ਭਾਵੇਂ ਇਸ ਤਰੀਕੇ ਨਾਲ ਹੋਵੇ। ਅਸੀਂ ਚਾਹੁੰਦੇ ਕਿ ਲੋਕੀ ਸਾਡਾ ਨਾਮ ਜਪਣ। ਗੁਰੂ ਕਹਿੰਦੇ ਨਹੀਂ, ਤੂੰ ਉਸ ਜੀਵਨ ਨੂੰ ਬਦਲੀ ਕਰ। ਦੇਖੋ ਨਾ, ਅੱਜ ਬੰਦਾ ਘਰ ਵਿੱਚ ਵੀ ਦੇਖੇ, ਮਾਂ ਹੈ, ਉਹ ਬੱਚੇ ਕੋਲ अपना नाम जपवाती पी है, मैं थोड़े वास्ते कितना काम करनी हाँ, मैं सुबह 4 बजे उठती हूँ, मैं तुम्हारे को डब्बा भी डाल के देती हूँ, तुम्हारे डैडी का भी टिफिन देती हूँ, मैं रात को भी तुम्हारे बच्चे प्यो है, वो बच्चे को नाम जपा रहा है, बच्चा माँ प्यो को अपना नाम जपा रहा है। मैं कितनी मेहनत करना वहाँ, हर बंदा असं समाज में जो अपना ही नाम जपवा रहे हैं लोगों को, मैं कितना करना।
ਜੇ ਕਿਤੇ ਅਸੀਂ ਉਹਨੂੰ ਚੇਂਜ ਕਰਕੇ ਮੈਂ ਦੀ ਜਗ੍ਹਾ ਤੇ ਤੂੰ ਕਰਨਾ ਸ਼ੁਰੂ ਕਰ ਦਿੰਦੇ ਨਾ, ਵੀ ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੇ ਨਾ ਰਾਖੇ ਅਵਰ ਨਾ ਕੋਏ, ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਹਰ ਥਾਂ ਦੇ ਉੱਤੇ ਇੱਕ ਅਸੀਂ ਆਮ ਤੌਰ ਤੇ ਜੋ ਸਮਾਜ ਵਿੱਚ ਵਿਚਰਨੇ ਆ, ਕਿਸੇ ਮੁਸਲਮਾਨ ਨੂੰ ਮਿਲੋ ਨਾ, ਉਹ ਬੰਦਾ ਆਮ ਤੌਰ ਤੇ ਗੱਲ ਕਰੇ, ਅਸੀਂ ਕਿਸੇ ਨੂੰ ਸਮਾਨ ਦਈਏ, ਕਹਿੰਦਾ ਇਨਸ਼ਾਅੱਲਾ ਕੱਲ ਦੇ ਦੂੰਗਾ। ਫਰਕ ਕਿੰਨਾ ਹੈ? ਉਹ ਕਿਤੇ ਰੱਬ ਨੂੰ ਨਾ ਖੜਾ ਕਰਦਾ ਪਿਆ ਆਪਣੇ ਵਿੱਚ, ਰੱਬ ਚਾਹੇਗਾ ਤੇ ਹੋ ਜਾਏਗਾ। ਉਹ ਕਿਤੇ ਰੱਬ ਦਾ ਨਾਮ ਜਪਦਾ ਪਿਆ, ਇਹਦੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਦ ਤੱਕ ਅਸੀਂ ਆਪਣੀ ਉਹ ਸਮਰੱਥਾ ਦੇ ਉੱਤੇ, ਅਸੀਂ ਆਪਣੀ ਤਾਕਤ ਦੇ ਉੱਤੇ ਭਰੋਸਾ ਰੱਖ ਕੇ ਬੈਠੇ ਹਾਂ ਨਾ, ਚਲੋ ਖੈਰ ਥੋੜਾ ਜਿਹਾ ਟੌਪਿਕ ਤੋਂ ਹਟ ਗਿਆ ਸੀ ਗੱਲ ਜਿਹੜੀ, ਫਿਰ ਅਸੀਂ ਉਸ ਟੌਪਿਕ ਤੇ ਆ ਜਾਂਦੇ ਹਾਂ। ਜਿਹੜੀ ਗੁਰਬਾਣੀ ਜਿਹੜੀ ਕਹਿ ਰਹੀ ਹੈ ਨਾ, ਇੱਕ ਪੱਖ ਸੰਸਾਰੀ ਤੌਰ ਤੇ ਆਮ ਕਿਹਾ ਜਾਂਦਾ ਹੈ ਕਿ ਵੀ ਬੰਦਾ ਮਰਨ ਤੋਂ ਬਾਅਦ ਦੁਨੀਆ ਭੋਗੇਗਾ, ਵੀ ਕੋਈ ਜਿਵੇਂ ਉਹ ਕਹਿ ਲਓ ਸਮਾਜਿਕ ਤੌਰ ਤੇ ਜਾਂ ਜਿਹੜਾ ਸਨਾਤਨ ਮਤ ਹੈ ਉਹਦੇ ਜਿਹੜਾ ਐਸਾ ਵੀ ਤੂੰ ਕੋਈ ਕੁੱਤਾ ਬਿੱਲੀ ਬਣ ਸਕਦਾ, ਜੋ ਵੀ ਹੋ ਸਕਦਾ। ਗੁਰੂ ਜਿਹੜੀ ਗੱਲ ਪੇ ਕਰਦੇ ਨੇ ਨਾ, ਉਹ ਕਹਿੰਦੇ ਨੇ ਨਹੀਂ, ਤੂੰ ਜਿਉਂਦਿਆਂ ਜੀ ਵੀ ਦੁਨੀਆ ਭੋਗਣਾ ਹੈ। ਜੇ ਤੂੰ ਜਿਉਂਦਿਆਂ ਜੀ ਮਰੇਗਾ ਤੇ ਜਿਉਂਦਿਆਂ ਜੀ ਦੁਨੀਆ ਵੀ ਭੋਗੇਗਾ। ਗੁਰੂ ਇੱਕ ਲਾਈਨ ਹੈ, ਕਹਿੰਦੇ ਨੇ ਪਰ ਤਨ ਪਰਾਇਆ ਧਨ ਪਰਾਇਆ ਤਨ, ਪਰ ਤਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੇ ਆਵਾ ਗਮਨ ਹੋਤ ਹੈ ਪੁਨ ਪੁਨ, ਇਹ ਪ੍ਰਸੰਗ ਨਾ ਟੂਟੈ। ਇੱਕ ਹੋਰ ਸ਼ਬਦ ਆਉਂਦਾ ਹੈ, ਉਹ ਕਹਿੰਦਾ ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਨ ਜਾਣ। ਇਹ ਤੇਰੇ ਆਵਾਗਮਨ ਦਾ ਜਿਉਂਦਿਆਂ ਜੀ। ਜਿਹੜੇ ਸ਼ਬਦ ਨੂੰ ਅਸੀਂ ਜਿਹੜਾ ਲੈ ਕੇ ਜਿਹੜਾ ਵਿਚਾਰ ਕਰਨਾ ਚਾਹੁੰਦੇ ਸੀ ਨਾ, ਉਹ ਗੁਜਰੀ ਰਾਗ ਦਾ ਸ਼ਬਦ ਹੈ, ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਬ ਜੋਨ ਵਲ ਵਲ ਔਤਰੈ, ਮਾਈ ਗੋਬਿੰਦ ਨਾਮ ਮਤ ਬੀਸਰੈ। ਫਿਰ ਅੱਗੇ ਰਹਾਉ ਦੀ ਪੰਕਤੀ ਹੈ, ਫਿਰ ਕਹਿੰਦੇ ਨੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੈ ਮਰੈ, ਉਹਨੂੰ ਕਹਿੰਦੇ ਨੇ ਬੇਸਵਾ ਜੋਨ ਵਲ ਵਲ ਔਤਰੈ। ਫਿਰ ਅੱਗੇ ਕਹਿੰਦੇ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੇ ਜੇ ਮਰੈ, ਅੱਗੇ ਕਹਿੰਦੇ ਨੇ ਸੂਕਰ ਜੋਨ ਵਲ ਵਲ ਔਤਰੈ। ਫਿਰ ਅੱਗੇ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ, ਮਹਿਲ ਮਾੜੀਆ, ਮੰਦਰ ਤੋਂ ਮਤਲਬ ਆਪਣਾ ਘਰ ਮਕਾਨ ਜਾਇਦਾਦ ਆਪਣੀ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੇ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ। ਫਿਰ ਅਖੀਰ ਅੰਦਰ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪਿਤਾੰਬਰ ਵਾਂਕੇ ਹਿਰਦੇ। ਇੱਥੇ ਕਿਹੜੀ ਮੌਤ ਦੀ ਗੱਲ ਚੱਲਦੀ ਹੈ? ਅਸੀਂ ਆਮ ਤੌਰ ਤੇ ਇਸ ਸ਼ਬਦ ਦੇ ਨਾਲ ਜਿਹੜੀ ਗੱਲ ਜੋੜ ਲੈਂਦੇ ਹਾਂ ਨਾ, ਕਿ ਬੰਦਾ ਮਰਨ ਸਮੇਂ ਜੋ ਆਪਣੀ ਵਹੁਟੀ ਨੂੰ ਚੇਤੇ 'ਚ ਰੱਖੇਗਾ ਉਹ ਵੇਸ਼ਵਾ ਜੁਗਨ ਵਿੱਚ ਪੈਦਾ ਹੋਏਗਾ, ਜੋ ਅੰਤਕਾਲ ਜੋ ਲక్ష్ਮੀ ਸਿਮਰੇ ਉਹ ਸੱਪ ਕਰਕੇ ਪੈਦਾ। ਗੁਰੂ ਉਹਦੀ ਗੱਲ ਨਹੀਂ ਕਰਦੇ ਪਏ। ਸਾਡਾ ਅਸੀਂ ਜਿਹਨੂੰ ਅੰਤਕਾਲ ਕਹੀਏ ਨਾ, ਅੰਤਕਾਲ ਕਿਹਨੂੰ ਕਹੀਏ ਅਸੀਂ? ਉਹ ਸਾਡੇ ਗੁਰਮਤਿ ਦੇ ਕੁਝ ਸਿਧਾਂਤ ਨੇ, ਸਾਡੀ ਜ਼ਿੰਦਗੀ ਦੇ ਕੁਝ ਪ੍ਰਿੰਸੀਪਲਸ ਨੇ। ਅਸੀਂ ਕਿਸੇ ਦਾ ਹੱਕ ਨਹੀਂ ਖਾਣਾ, ਪਰਾਇਆ ਰੂਪ ਨਹੀਂ ਦੇਖਣਾ, ਜਾਂ ਜੋ ਸਾਡੀ ਕਿਸੇ ਦੀ ਮਦਦ ਕਰਨੀ ਹੈ, ਲਾਏ ਤਬਾਰੀ ਇਹਦੀ ਗੱਲ ਉੱਥੇ ਨਹੀਂ ਕਰਨੀ, ਨਿੰਦਾ ਚੁਗਲੀ ਨਹੀਂ ਕਰਨੀ। ਗੱਲਾਂ ਕਰਨ ਵਿੱਚ ਅਸੀਂ ਸਾਰੇ ਜਿਹੜਾ ਨਾ ਬਿਲਕੁਲ ਬਹੁਤ ਅੱਗੇ ਹਾਂ ਰੇਸ ਵਿੱਚ। ਗੁਰੂ ਜਿਹੜੀ ਗੱਲ ਕਰਦੇ ਨਾ, ਜਿਹੜਾ when it is time to act on those principles, ਜਦੋਂ ਜਿਨ੍ਹਾਂ ਗੱਲਾਂ ਦੀ, ਜਿਨ੍ਹਾਂ ਸਿਧਾਂਤਾਂ ਦੀ ਤੂੰ ਗੱਲ ਕਰਨਾ ਹੈ, ਜਦੋਂ ਤੇਰੇ ਜੀਵਨ ਵਿੱਚ ਸਮਾਂ ਬਣਦਾ ਹੈ, ਤੂੰ ਉਹਨਾਂ 'ਤੇ ਚੱਲ ਪਾਉਣਾ, ਤੂੰ ਉਹਨਾਂ 'ਤੇ ਪਹਿਰਾ ਦੇਣਾ, ਤੂੰ ਉਹ ਵਾਲਾ ਸਿਮਰਨ ਕਰ ਪਾਉਣਾ। ਉਹ ਤੇਰੇ ਜ਼ਿੰਦਗੀ ਦਾ ਅੰਤ ਕਾਲ ਜਿਹੜਾ ਨਾ, ਵੀ ਉਹ ਇੱਕ ਗੁਰਬਾਣੀ ਦਾ ਬੜਾ ਪਿਆਰਾ ਜਿਹਾ ਸ਼ਬਦ ਹੈ, ਸ਼ਾਇਦ ਪਹਿਲੀ ਪਾਤਸ਼ਾਹੀ ਦਾ ਸ਼ਬਦ ਹੈ, ਕਹਿੰਦੇ ਗਿਆਨ ਧਿਆਨ ਗਿਆਨ ਧਿਆਨ ਸਭ ਕੋਈ ਰਵੇ, ਲੇਕਿਨ ਬਾਂਧਨ ਬਾਂਧਿਆ ਸਭ ਜਗ ਪਵੇ। ਗਿਆਨ ਦੀਆਂ ਗੱਲਾਂ ਕਰਨੀਆਂ ਇਸ ਟੋਟਲੀ ਡਿਫਰੈਂਟ। ਉਹਦੇ ਬਹੁਤ ਮਾਇਨੇ ਨਹੀਂ ਨੇ, ਕਿਉਂਕਿ ਇੱਕ ਹੋਰ ਥਾਂ ਦੇ ਕਹਿੰਦੇ ਨੇ, ਇੱਕ ਹੋਰ ਥਾਂ ਕਹਿੰਦੇ ਮਤ ਜਾਣ ਸ਼ਹਿ ਗੱਲੀ ਪਾਇਆ।
ਕੇਵਲ ਮੈਂ ਗੱਲਾਂ ਦੇ ਨਾਲ ਜੇ ਮੈਂ ਰੱਬ ਨੂੰ ਖੁਸ਼ ਕਰਨਾ ਵਾ ਕਿ ਨਹੀਂ ਮੈਂ ਸਮਝਾਂ ਕਿ ਉਹ ਲੋਕਪਤੀ ਨੇ ਕਛੂ ਨਾ ਹੋਏ ਨਾ ਹੀ ਰਾਮ ਆਣਾ, ਤੂੰ ਲੋਕਾਂ ਨੂੰ ਖੁਸ਼ ਕਰ ਸਕੇਗਾ, ਰੱਬ ਨੂੰ ਖੁਸ਼ ਨਹੀਂ ਕਰ ਸਕਦਾ। ਇੱਕ ਉਹ ਦੂਜਾ ਸ਼ਬਦ ਆਉਂਦਾ ਵੀ ਉਹ ਸੋਮਨ ਹਸਤੀ ਕੋ ਗੁੜ ਖਾਵੇ, ਉਹਦੇ ਨਾਲ ਅਖੀਰ ਨੇ ਗੁਰੂ ਸਾਹਿਬ ਵੀ ਗੱਲ ਕਰਦੇ, ਕਹਿੰਦੇ ਗੱਲਾਂ ਵਾਲੇ ਹੈਣ ਘਨੇਰੇ, ਛੱਡ ਨਾ ਸਕੇ ਕੋਈ, ਜਿਨ੍ਹਾਂ ਦੀ ਅਸੀਂ ਗੱਲਾਂ ਕਰਨੇ ਆ ਨਾ ਵੀ ਜੇ ਅਸੀਂ ਗੱਲਾਂ ਕਰਨੇ ਆ, ਅਸੀਂ ਜੇ ਗੁਰਮਤ ਦਾ ਸਾਡੇ ਘਰਾਂ ਦੇ ਵਿਆਹ ਕਿੰਨੇ ਲੱਖਾਂ ਦੇ ਹੁੰਦੇ ਨੇ, ਸਾਡੇ ਕੋਲ ਚੱਜ ਦੀ ਸੰਸਥਾ ਨਹੀਂ, ਸਾਡੇ ਕੋਲ ਆਪਣੇ ਸਕੂਲ ਨਹੀਂ, ਹਸਪਤਾਲ ਨਹੀਂ। ਗੁਰੂ ਜਿਹੜੀ ਗੱਲ ਕਰਦੇ ਨੇ ਗੱਲਾਂ ਵਾਲੇ ਹੈਣ ਘਨੇਰੇ, ਛੱਡ ਨਾ ਸਕੇ ਕੋਈ ਮੱਖੀ ਮਿੱਠਾ ਮਰਨਾ। ਮੱਖੀ ਦੀ ਆਦਤ ਹੈ, ਉਹਨੇ ਗੁੜ ਦੇ ਡੱਲੀ ਦੇ ਉੱਤੇ ਕਹਿੰਦਾ ਵੀ ਉਹਨੇ ਘੁੰਮਦੇ ਆਨੇ, ਫਿਰ ਉਹ ਛੱਡਦੀ ਉਹਨੂੰ, ਫਿਰ ਆ ਕੇ ਉੱਥੇ ਬਹਿ ਜਾਂਦੀ, ਗਿੱਲੀ ਗਿੱਲੀ ਰੋੜੜੀ ਭੌਂਦੀ ਭੌ ਆਏ, ਜੋ ਬੈਠੇ ਸੋ ਫਾਥਿਆ। ਗੱਲ ਜਿਹੜੀ ਆ ਕੇ ਮੁੱਕਣੀ ਹੈ ਨਾ ਕਿ ਤੂੰ ਤੇਰੀ ਜ਼ਿੰਦਗੀ ਦੇ ਅੰਦਰ ਨਾ, ਇੱਕ ਭਾਈ ਗੁਰਦਾਸ ਜੀ ਨੇ ਕਹਿੰਦੇ ਪੂਛਤ ਪਥਕ ਤੈ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ਼ ਬਾਤਨ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਮੇਰੀਆਂ ਗੱਲਾਂ ਦੇ ਨਾਲ ਰੱਬ ਦੇ ਨਾਲ ਸਾਂਝ ਨਹੀਂ ਬਣਦੀ। ਉੱਥੇ ਜਿਹੜੀ ਗੱਲ ਹੈ ਨਾ, ਕਿਉਂਕਿ ਗੁਰਮਤ ਜਿਹੜੀ ਉਹ ਕਰਮਾਂ ਦੀ ਫਿਲਾਸਫੀ ਨੂੰ ਮੰਨਦੀ, ਹਾਲਾਂਕਿ ਗੁਰਮਤ ਇਹ ਵੀ ਮੰਨਦੀ ਜੇ ਗੁਰੂ ਚਾਹੇ ਤੇ ਤੇਰੇ ਸਾਰੇ ਕੀਤੇ ਕਰਮਾਂ ਦਾ ਉਹ ਨਿਬੇੜਾ ਵੀ ਕਰ ਸਕਦਾ ਹੈ। ਗੁਰੂ ਚਾਹੇ ਤੇ ਕੋਟ ਜਨਮ ਕੇ ਪਾਪਾ ਤੇਰੇ ਇੱਕ ਘੜੀ ਵਿੱਚ ਧੋਏ ਵੀ ਕਰ ਦਿੰਦਾ ਹੈ। ਗੁਰੂ ਰੱਬ ਕਿਸੇ ਦੀ ਮੌਤ, ਗੁਰੂ ਕਿਸੇ ਬੰਦਿਸ਼ ਦਾ ਬੰਦਿਆ ਹੋਇਆ ਨਹੀਂ। ਅਸੀਂ ਕਹੀਏ ਰੱਬ ਐਸੇ ਨਹੀਂ ਕਰਦਾ, ਰੱਬ ਉਹ ਕਹਿੰਦਾ ਜਿਹਨੇ ਲਿਖਿਆ ਤੂੰ ਸੁਣਾਏ, ਰੱਬ ਦੇ ਉੱਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ। ਸੋ ਜਿਹੜੀ ਗੱਲ ਜਿਹੜਾ ਸ਼ਬਦ ਚੱਲਦਾ ਪਿਆ ਸੀ ਨਾ ਵੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਜ ਪੈਸ, ਅਸੀਂ ਨਾ ਜ਼ਮੀਰ ਦੇ ਪੱਖੋਂ ਕਿਤੋਂ 2 ਪੈਸਾ ਫਾਇਦਾ ਹੋ ਜਾਏਗਾ ਨਾ, ਅਸੀਂ ਸੰਬੰਧ ਤੋੜਨ ਨੂੰ ਤਿਆਰ ਹਾਂ। ਅਸੀਂ ਸਾਡਾ ਪੁਰਾਣਾ ਸੰਬੰਧ ਹੈ ਲੇਕਿਨ ਕਹਿੰਦੇ 2 ਪੈਸਾ ਵੱਧ ਮਿਲਦਾ ਪਿਆ, ਉਦੋਂ ਬੈਕ ਆਫ ਮਾਈਂਡ ਵਿੱਚ ਕੀ ਚੱਲਦਾ ਪਿਆ? ਪੈਸਾ। ਸੋ ਉਸ ਜਦੋਂ when it was time to act, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਜੇ ਮਰੇ, ਤੂੰ ਉਸੇ ਸਮੇਂ ਮਰ ਗਿਆ। ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਹੁਣ ਤੂੰ ਇਨਸਾਨ ਹੁੰਦਿਆਂ ਹੋਇਆਂ, ਤੂੰ ਹਜੇ ਮਰਿਆ ਨਹੀਂ ਫਿਜ਼ੀਕਲੀ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਜੇ ਮਰੈ, ਸਭ ਹੁਣ ਤੂੰ ਸੱਪ ਦੇ ਬਾਰੇ ਪ੍ਰਚਲਿਤ ਹੈ ਕਿ ਸੱਪ ਜਿਹੜਾ ਨਾ ਜਿੱਥੇ ਖਜ਼ਾਨਾ ਹੋਵੇ ਤੇ ਕਹਿੰਦਾ ਸੱਪ ਰਹਿੰਦਾ, ਉਹ ਰਹਿੰਦਾ ਨਹੀਂ ਰਹਿੰਦਾ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਲੇਕਿਨ ਤੂੰ ਸੱਪਾਂ ਦੇ ਹਰ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਜਿਉਂਦਿਆਂ ਜੀ। ਗੁਰੂ ਨੂੰ ਜਿਹਦੀ ਚਿੰਤਾ ਫਿਕਰ ਹੈ ਨਾ, ਤੂੰ ਮਰਨ ਤੋਂ ਪਹਿਲਾਂ ਜ਼ਮੀਰ ਦੇ ਪੱਖ ਤੋਂ ਤੇ ਨਹੀਂ ਮਰੀ ਜਾਂਦਾ ਪਿਆ ਕਿਤੇ। ਇਹਦਾ ਹੀ ਅਗਲਾ ਪੰਕਤੀ ਹੈ, ਕਹਿੰਦਾ ਅੰਤ ਕਾਲ ਅਰੀ ਬਾਈ ਗੋਬਿੰਦ ਤੇ ਰੱਬੀ ਹੁਕਮ ਨੇ ਨਾ, ਨਾਮ ਦੇ ਵਿਸ਼ੇ ਅਸੀਂ ਥੋੜਾ ਜਿਹਾ ਇਸ ਤੋਂ ਬਾਅਦ ਜੇ ਸਮਾਂ ਮਿਲਿਆ ਤਾਂ ਟੱਚ ਕਰਾਂਗੇ। ਇਹ ਕਹਿੰਦੇ ਮੈਨੂੰ ਵੀ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇਜੈ ਮਰੈ, ਉਹਨੂੰ ਗੁਰੂ ਕਹਿੰਦੇ ਨੇ ਬੇਸਵਾ ਜੂਨ, ਬੇਸਵਾ ਵੇਸ਼ਵਾ ਪ੍ਰੋਸਟੀਟਿਊਟ। ਹੁਣ ਵੇਸ਼ਵਾ ਕੋਈ ਜੂਨੀ ਥੋੜੀ ਨਾ ਹੁੰਦੀ, ਕਿਸੇ ਨੇ ਦੇਖੀ ਵੇਸ਼ਵਾ ਜੂਨੀ ਹੁੰਦੀ ਨਹੀਂ। ਇਨਸਾਨ ਹੈ, ਇਨਸਾਨ ਵਿੱਚ ਮਰਦ ਔਰਤ ਹੁੰਦੇ ਨੇ, ਦੂਜੇ ਜਾਨਵਰ ਨੇ ਉਹਨਾਂ 'ਚ ਹੁੰਦੇ ਨੇ। ਗੁਰੂ ਕਹਿੰਦਾ ਨਹੀਂ ਬੇਸਵਾ ਜੂਨ। ਬੇਸਵਾ ਦੇ ਬਾਰੇ ਇੱਕ ਕੈਰੈਕਟਰਿਸਟਿਕ ਕੀ ਹੈ? ਜਿੱਥੋਂ 2 ਪੈਸਾ ਮਿਲ ਜਾਏ ਨਾ ਆਪਣਾ ਇਮਾਨ ਵੇਚ ਦੇਣਾ। ਤੇ ਸਾਡੇ ਸਮਾਜ ਅਸੀਂ ਕਈ ਵਾਰ ਨਾ ਆਪਣੀਆਂ ਜਨਾਨੀਆਂ ਦੇ ਆਖੇ ਲੱਗ ਕੇ ਭਰਾਵਾਂ ਦੇ ਨਾਲ ਧੋਖਾ, ਸਮਾਜ ਦੇ ਨਾਲ ਧੋਖਾ, ਮਾਪਿਓ ਨੂੰ ਜਿਹੜਾ ਨਾ ਸਾਂਭਿਆ ਜਾਣਾ। ਅੱਜ ਜੇ ਪ੍ਰੈਕਟੀਕਲੀ ਵਿਰਧ ਆਸ਼ਰਮ ਹੈ ਤੇ ਕਿਉਂ ਨੇ? ਬੰਦਾ ਜੇ ਆਪਣੀਆਂ ਅੱਖਾਂ ਬੰਦ ਕਰ ਲਵੇ ਤੇ ਸਮਾਜ ਦੀ ਬੁਰਾਈ ਖਤਮ ਨਹੀਂ ਹੋ ਜਾਂਦੀ। ਬੰਦਾ ਕਹੇ ਕਿ ਨਹੀਂ ਹੋ ਸਕਦਾ ਹਰ ਦਾ ਕਰ ਚੰਗਾ ਹੋਵੇ, ਲੇਕਿਨ ਸਮਾਜ ਵਿੱਚ ਤੇ ਹੈ ਕਿਉਂ ਹੋਏ? ਕਹਿੰਦਾ ਅੰਤ ਕਾਲ ਜੋ ਇਸਤਰੀ ਸਿਮਰੈ, ਆਪ ਮੇਰੀ ਵੋਟੀ ਨਹੀਂ ਮੰਨਦੀ ਜੀ। The moment you fall in that trap, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇਂ ਜੈ, ਤੂੰ ਇਖਲਾਕ ਦੇ ਤੌਰ ਤੇ ਉਸੇ ਸਮੇਂ ਮਰ ਗਿਆ। ਤਿਤ ਵੇਲੇ ਮਰ ਜਾ। ਹੁਣ ਤੇਰਾ ਜੀਵਨ ਕੈਸਾ ਹੋ ਗਿਆ? ਤੂੰ ਹੁਣ ਜਨਾਨੀ ਕੋਲੋਂ ਮਿਲਦੇ ਹੋਏ ਸ਼ਾਰੀਰਿਕ ਸੁੱਖ, ਘਰ ਦੀ ਸੁੱਖ ਸ਼ਾਂਤੀ, ਇਹਦੇ ਵਾਸਤੇ ਤੂੰ ਆਪਣਾ ਜ਼ਮੀਰ ਵੇਚ ਦਿੱਤਾ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇਂ ਜੈ ਮਰੇ। ਹੁਣ ਤੇਰਾ ਜੀਵਨ ਕੈਸਾ ਹੋ ਗਿਆ? ਗੁਰੂ ਕਹਿੰਦੇ ਤੂੰ ਵੇਸ਼ਵਾਵਾਂ ਹਰ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ। ਤੀਜਾ ਐਗਜ਼ਾਮਪਲ ਦਿੰਦੇ ਨੇ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੇਂ ਜੈ ਮਰੇ।
ਅੱਛਾ ਮੇਰੇ ਬੱਚੇ ਨੂੰ ਹੀ, ਅੱਛਾ ਕੀਰਤਨ ਹੈ ਨਾ, ਮੇਰੇ ਬੱਚੇ ਨੂੰ ਅਖੀਰ ਦਾ ਸਮਾਂ ਦੇ ਦਿਓ ਜੀ, ਕਿਉਂ ਦੇ ਦਿਓ? ਮੇਰੇ ਬੱਚੇ ਕੋਲ ਅਰਦਾਸ ਕਰਵਾ ਲਓ, ਕਿਉਂ ਕਰਵਾ ਲਓ? ਤੇਰੇ ਅੱਗੇ 10 ਬੱਚੇ ਨੇ ਨਾ, ਤੂੰ ਨਾ ਆਪਣੇ ਬੱਚੇ ਦੇ ਨਾਲ ਬੇਈਮਾਨੀ ਵੀ ਨਾ ਕਰ। ਲੇਕਿਨ ਜੇ 10 ਬੱਚਾ ਹੈ, ਅੱਜ ਤੇਰੇ ਕੋਲ ਇਖਤਿਆਰ ਹੈ, ਕੋਈ ਤੂੰ ਅੱਜ ਗੁਰਦੁਆਰੇ ਦਾ ਕੋਈ ਕਿਸੇ ਪੋਸਟ ਦੇ ਉੱਤੇ ਬੈਠਿਆ ਹੋਇਆ ਹੈ, ਹੁਣ ਤੈਨੂੰ ਲੱਗਦਾ ਕਿ ਮੇਰਾ ਪੋਤਰਾ ਪੋਤਰੀ, ਮੇਰਾ ਬੱਚਾ ਜਿਹੜਾ ਨਾ ਉਹ ਵਧੀਆ ਕੰਮ ਪੜ੍ਹਦਾ ਹੈ, ਸੋ ਆਈ ਵਾਂਟ ਟੂ ਸ਼ੋਕੇਸ ਮਾਈ ਚਾਈਲਡ ਆਊਟ ਦੇਅਰ। ਹੁਣ ਕੰਮ ਕਿਹੜਾ ਸੀ? ਕੰਮ ਤੇ ਸੰਗਤ ਹੈ। ਹੁਣ ਬੰਦਾ ਸਮਾਜਿਕ ਤੌਰ ਦੇ ਉੱਤੇ ਬੰਦਾ ਸਟੇਜ ਤੋਂ ਖੜੇ ਹੋ ਕੇ ਗੱਲ ਕੀ ਕਰੇਗਾ? ਨਹੀਂ ਨਹੀਂ, ਹਰ ਇੱਕ ਦਾ ਬੱਚੇ ਸਾਂਝੇ ਹੁੰਦੇ ਨੇ ਜੀ, ਬੱਚਿਆਂ ਨੂੰ ਸਾਰਿਆਂ ਨੂੰ ਮੌਕਾ ਆਪਣੇ ਜੀਵਨ ਤੇ ਢਾਲ ਕੇ ਦੇਖੀ। ਜੇ ਮੇਰਾ ਬੱਚਾ ਕੀਰਤਨ, ਮੈਂ ਤੇ ਕੀਰਤਨ ਦੇ ਪੱਖੋਂ ਇਸ ਵੇਲੇ ਢੁਕਾਉਣਾ ਪਿਆ, ਸਾਨੂੰ ਕਿਉਂਕਿ ਬੈਠੇ ਅਸੀਂ ਸੰਗਤੀ ਤੌਰ ਤੇ ਹਾਂ, ਬੰਦਾ ਹਰ ਪੱਖੋਂ ਸੋਚ ਸਕਦਾ ਹੈ। ਆਪਣੇ ਬੱਚੇ ਦਾ ਖਿਆਲ ਕਰਨਾ ਬਿਲਕੁਲ ਧਰਮ ਹੈ, ਬੱਚਿਆਂ ਦੀ ਪਰਵਰਿਸ਼ ਵਾਲੇ ਪਾਸੇ ਪੂਰਾ ਧਿਆਨ ਦੇਣਾ। ਲੇਕਿਨ ਬੱਚਿਆਂ ਦੇ ਮੂੰਹ ਵਿੱਚ ਫਸ ਕੇ ਕਿਸੇ ਹੋਰ ਦੇ ਨਾਲ ਅਨਿਆਏ ਕਰਨਾ, ਮੇਰੇ ਬੱਚੇ ਨੂੰ ਹੀ ਕਿਉਂ, ਤੇਰੇ ਬੱਚੇ ਨੂੰ ਵੀ ਮਿਲੇ। ਅੱਛਾ 10 ਬੱਚਾ ਹੈ ਨਾ, 10 ਬੱਚਾ ਅਰਦਾਸ ਕਰ ਸਕਦਾ ਹੈ, ਜਿੱਥੇ ਬਾਕੀ ਕਰਨਗੇ ਤੂੰ ਵੀ, ਤੇਰਾ ਬੱਚਾ ਵੀ ਤੁਸੀਂ ਚਿੱਠਾ ਕੱਢ ਲਓ ਜਾਂ ਵਾਰੀ ਕਰ ਲਓ, ਕੋਈ ਨਾ ਕੋਈ ਢੰਗ ਤਰੀਕਾ ਅਪਣਾ ਲਓ। ਲੇਕਿਨ ਜੋ ਹੁੰਦਾ ਕੀ ਹੈ, ਅੰਤ ਕਾਲ ਜੋ ਲੜਕੇ ਸਿਮਰੈ, ਪੁੱਤਰ ਮੋਹ ਵਿੱਚ ਆ ਕੇ ਜਿਹੜਾ ਬੰਦਾ ਹੈ ਨਾ, ਐਸਾ ਇਹ ਮਹਾਭਾਰਤ ਦਾ ਯੁੱਧ ਹੈ ਕਿ ਇੱਕ ਪੁੱਤਰ ਮੋਹ ਦਾ ਇੱਕ ਐਕਸਟੈਂਸ਼ਨ ਹੈ ਨਾ, ਕਿ ਵੀ ਮੇਰੇ ਪੁੱਤਰ ਨੂੰ ਉੱਥੇ ਮਿਲ ਜਾਏ। ਅੰਤ ਕਾਲ ਜੋ ਲੜਕੇ ਸਿਮਰੈ, ਅਸੀਂ ਆਪਣੇ ਬੱਚਿਆਂ ਨੂੰ ਅਸੀਂ ਕੰਟਰੋਲ ਨਹੀਂ ਕਰ ਪਾ ਰਹੇ। ਗੁਰੂ ਨੂੰ ਕੀ ਕਹਿ ਰਹੇ ਨੇ? ਅੰਤ ਕਾਲ ਜੋ ਤੂੰ ਸੋਚ, ਤੇਰਾ ਸਿਮਰਨ ਕੀ ਹੋਣਾ ਚਾਹੀਦਾ ਸੀ? ਤੇਰਾ ਗੁਰਮਤਿ ਦਾ ਹਰ ਸਿਧਾਂਤ ਤੇਰੇ ਸਿਮਰਨ ਦਾ ਹਿੱਸਾ ਹੋਣਾ ਚਾਹੀਦਾ ਸੀ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੇਜੇ ਮਰੇ, ਸੂਕਰ ਜੋ ਸੂਰਾਂ ਦੇ, ਸੂਰ ਕੀ ਹੁੰਦੇ ਨੇ? ਇੱਕ ਸੂਰ ਉਹ ਜਿਹੜੀ ਫੀਮੇਲ ਹੁੰਦੀ, ਉਹਦੇ ਪਿੱਛੇ 10 15 ਬੱਚੇ ਘੁੰਮਦੇ ਹੁੰਦੇ ਨੇ। ਉਹਦੀ ਸੋਚ ਸਾਰੀ ਉਹ ਬੱਚਿਆਂ ਦੇ ਵਿੱਚ ਹੀ ਲੱਗੀ ਹੋਈ। ਬੱਚਿਆਂ ਦੀ ਪਰਵਰਿਸ਼ ਸਾਡੀ ਜਵਾਬਦਾਰੀ ਹੈ, ਬਿਲਕੁਲ ਹੈ। ਅਸੀਂ ਹਰ ਪੱਖੋਂ ਦੇਖਣਾ ਹੈ ਕਿ ਬੱਚੇ ਦੀ ਚੰਗੀ ਪਰਵਰਿਸ਼ ਹੋਵੇ। ਲੇਕਿਨ ਅਸੀਂ ਜੋ ਜ਼ਮੀਰ ਗੁਰਬਾਣੀ ਜਿਹੜਾ ਦੇਖੋ ਸਾਡਾ ਜੋ ਜੀਵਨ ਕਾਲ ਹੈ ਨਾ, ਉਹਦੇ ਅੰਦਰ ਤੇ ਅਸੀਂ ਜੋ ਸਵਾਰ ਸਕਨੇ ਆਪਣੇ ਜੀਵਨ ਕਾਲ ਵਿੱਚ ਸਵਾਰ ਸਕਨੇ। ਗੁਰੂ ਦਾ ਇੱਕ ਸਿਧਾਂਤ ਬੜਾ ਪੱਕਾ ਹੈ। ਕੱਲ ਜਿਹੜੇ ਗਿਆਨੀ ਜੀ ਵੀ ਸਾਨੂੰ ਗੱਲ ਕਰਦੇ ਪਏ ਸਨ, ਕਹਿੰਦੇ ਬੇਨੀ ਕਹੋ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਬੰਦਾ ਕੋਈ ਮੁਕਤੀ ਦੀ ਭਾਲ ਕਰੇ, ਗੁਰਮਤਿ ਨੂੰ ਜੋ ਕਰਨਾ ਹੁਣ ਕਰ, ਜੋ ਤੈਨੂੰ ਮਿਲਿਆ ਮੌਕਾ ਹੀ ਤੇ ਮਿਲਿਆ ਹੀ ਤੈਨੂੰ। ਅਸੀਂ ਉਸ ਪੱਖ ਨੂੰ ਜੇ ਸ਼ਬਦ ਪਹਿਲਾਂ ਖਤਮ ਕਰ ਲੈਂਦੇ ਹਾਂ ਵੀ ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੇਜੇ ਮਰੇ, ਸੂਕਰ ਜੋਨ ਵਾਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਆਪਣੀ ਮਹਿਲ ਮਾੜੀਆਂ ਦੇ ਨਾਲ ਬੰਦਾ ਇਤਨਾ ਇਨਵੋਲਵ ਹੋ ਚੁੱਕਾ ਹੋਇਆ। ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੇਜੇ ਮਰੇ, ਪ੍ਰੇਤ ਜੋਨ, ਗੋਸਟ ਕਹਿ ਲਓ, ਭੂਤ ਪ੍ਰੇਤ ਕਹਿ ਲਓ। ਹੁਣ ਐਕਚੁਅਲੀ ਇੱਕ ਹਿਸਾਬ ਨਾਲ ਦੇਖੋ, ਕਹਿੰਦਾ ਪ੍ਰੇਤ ਕਹਿੰਦੇ ਕਿਹਨੂੰ ਆ? ਅਸੀਂ ਮੰਨਦੇ ਨਹੀਂ ਮੰਨਦੇ ਵੱਖਰਾ ਵਿਸ਼ਾ ਆਪਣੇ ਆਪ ਅੰਦਰ, ਕਿ ਅਸੀਂ ਨਾਰਮਲੀ ਪ੍ਰੇਤ ਉਹਨੂੰ ਕਹਿੰਦੇ ਜਿਹਨੂੰ ਸਰੀਰ ਨਾ ਮਿਲਿਆ ਹੋਵੇ। ਅਸੀਂ ਉਸ ਆਤਮਾ ਨੂੰ ਪ੍ਰੇਤ ਕਹਿੰਦੇ ਹਾਂ ਜਿਹਨੂੰ ਸਰੀਰ ਨਾ ਮਿਲਿਆ ਹੋਵੇ। ਗੁਰੂ ਕਹਿੰਦਾ ਪ੍ਰੇਤ ਜੋਨ ਵੱਲ ਉਤਰੇ। ਕਿਉਂਕਿ ਭੂਤ ਪ੍ਰੇਤਾਂ ਦੇ ਬਾਰੇ ਜੋ ਪ੍ਰਚਲਿਤ ਗੱਲ ਨੇ, ਉਹ ਖੰਡਰਾਂ ਵਿੱਚ ਹੀ ਰਹਿੰਦੇ ਨੇ। ਉਹ ਮਹਿਲ ਮਾੜੀਆਂ ਗਿਰ ਗਈਆਂ ਤਾਂ ਜੋ ਕਹਿੰਦਾ ਪ੍ਰੇਤ ਉੱਥੇ ਟਿਕਿਆ। ਤਾਂ ਤੇਰਾ ਦਿਮਾਗ ਵੀ ਨਾ ਦਿਨ ਭਰ ਤੇਰੇ ਮਹਿਲ ਮਾੜੀਆਂ ਦੇ ਉਹਦੇ ਅੰਦਰ ਹੀ ਘੁੰਮਦਾ ਪਿਆ। ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੇਜੇ ਮਰੇ, ਪ੍ਰੇਤ ਜੋਨ। ਹੁਣ ਦੇਖੋ ਅਖੀਰ ਦੀ ਪੰਕਤੀ ਜਿਹੜੀ ਕਮਾਲ ਦੀ ਗੁਰੂ ਸਾਹਿਬ ਕਹਿੰਦੇ ਨੇ, ਅੰਤ ਕਾਲ ਨਾਰਾਇਣ ਸਿਮਰੇ, ਐਸੀ। ਅੱਛਾ ਨਾਰਾਇਣ ਨੂੰ ਸਿਮਰਿਆ ਵੀ ਬੰਦਾ ਮਰ ਸਕਦਾ। ਦੇਖੋ ਸਾਡਾ ਮਨ ਤੇ ਜ਼ਮੀਰ ਨਾ ਇੱਕੋ ਸਿੱਕੇ ਦੇ ਦੋ ਹਿੱਸੇ ਨੇ। ਜਦੋਂ ਮਨ ਦੀ ਗੱਲ ਕਰਦੇ ਨੇ, ਕਹਿੰਦੇ ਨੇ ਮਨ ਕਮੀਨ ਕਮ ਤਰੀਨ, ਮਨ ਖੁਟਹਰ ਤੇਰਾ ਨਹੀਂ ਵਿਸਾਸਾ। ਗੁਰੂ ਜਿਹੜੀ ਗੱਲ ਕਹਿੰਦੇ ਨੇ, ਬਿਨ ਮਨ ਮੂਵੇ ਕੈਸੇ ਹਰ ਪਾਏ। ਮਨ ਨੇ ਤੁਹਾਨੂੰ ਪੁੱਠੇ ਵਾਲੇ ਪਾਸੇ ਡਰਾਈਵ। ਇਹ ਰੱਬ ਦਾ ਖੇਡ, ਕਹਿੰਦਾ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਰੱਬ ਨੇ ਖੇਡ ਹੀ ਐਸਾ ਬਣਾਇਆ। ਹੁਣ ਇਸ ਖੇਡ ਵਿੱਚ ਤੈਨੂੰ ਗੁਰੂ ਕੋਲੋਂ ਜਾਣਕਾਰੀ ਲੈ ਕੇ ਦੇਣਾ ਨਾ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਸਚਿਆਰ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਸਵਾਲ ਹੀ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਜਵਾਬ ਵੀ ਨਾਲ ਕਹਿੰਦਾ ਹੁਕਮ ਰਜ਼ਾਈ ਚੱਲਣਾ। ਹੁਕਮਾਂ ਦੀ ਸੋਝੀ ਕਿਤੇ ਕੋਲ ਹੋਏਗੀ? ਉਹ ਗੁਰੂ ਕੋਲ ਹੋਏਗੀ। ਇਹ ਤੇ ਕਹਿੰਦੇ ਨੇ ਅੰਤ ਕਾਲ ਨਾ, ਜਦੋਂ ਤੇਰੇ ਜ਼ਿੰਦਗੀ ਵਿੱਚ ਐਸਾ ਸਮਾਂ ਆ ਜਾਵੇ, ਤੂੰ ਕੋਈ ਫੈਸਲਾ ਕਰਨਾ ਹੈ, ਕਸਟਮਰ ਤੇਰੇ ਸਾਹਮਣੇ ਬੈਠੇ ਆ, ਉਹਦੀ ਵਿਚਾਰੀ ਮਜਬੂਰੀ ਬੜੀ ਹੈ, ਤੈਨੂੰ ਪਤਾ ਹੈ ਉਹ 100 ਦੀ ਚੀਜ਼ 200 ਵਿੱਚ ਵੀ ਲੈ ਕੇ ਜਾਏਗਾ,
तेरे मन में जे ख्याल आ जाए ना गुरु मैनू तू ए सिमरन जे कर लवे, हक पराया नानका उस सूवर उस गाए, किसी पराए का हक मारना या भी जिस अंतर तात पराई हो या ये सारे हुक्म ने, ये किसी हिंदू मुस्लिम सिख ईसाई का लागू नहीं होंगे, ये खलकत के हुक्म ने, मालक के हुक्म ने, हर एक दे अप्लाई। उस समय जे तू रब का सिमरन कर लवें होर जे तू अपने मन नू मार लवें, मन दे आखे ना लगे, बिन मन मूवे कैसे हर पाए। मन शब्द मरै, मन नू शब्द दे राही, शब्द की है गुरु का ज्ञान, असीं शब्द विचार ही करने पे ना, मन नू मारने मन शब्द मरै, गुर के शब्द बनाओ ये मन, गुरु दे शब्द दे राही अपने मन नू घड़ना घड़न दी जाच सिख। तो कहते अंतकाल नारायण सिमरे ऐसी चिंता में जे मरे, पहलियां सारियां गल्लां सन जमीर नू मारन वालियां गल्लां सन, बच्चे दे मुंह विच आके जनानी दे आखे विच लग के अपनी जमीर मार दी, जो गुरु नू मिल के जो तेरे जो फैकल्टी क्रिएट की सी ना तूने, वो तेन आवाज देंदी सी अंदरों, ना कर, किसी गरीब की बांह फड़ लै, किसी की मदद कर दे, भी तू फरीदा बुरे का भला कर दे, तेरे उधर आवाज आती सी भी अनक डंबर माया के बिरथे इनस्यों प्रीत घटाओ। अज देखो ना साडा जो जीवन जाच जो बदली हो चुका है ना, भी अज साडा जीवन की हो चुका है, असी अपने बच्चों असी पा की रहे हैं, असी उम्मीद की कर रहे हैं। साडे बच्चों के जन्मदिन गोवा क्लब्स ते पब दे उत्ते, क्लब्स दे उत्ते, कैसीनोस दे उत्ते बच्चों असी कभी अनाथ आश्रम नहीं लैके गए, असी कभी बच्चों किसी जेल में लैके जाइए जिथे बंदे इनमेट्स ने, भी उन्होंने असी पा कुछ होर रहे हैं, उम्मीद कुछ होर कर रहे हैं, वो होएगा नहीं। तो गुरु कहने भी जो तेरे फैसले करने वाले समय ने ना, अंतकाल नारायण सिमरे ऐसी चिंता में, जे तू उस समय अपने मन नू मारन दी जाच सिख लिती ना, कहते बदद त्रिलोचन ते नर मुक्ता। पितांबर इतने रब का एडजेक्टिव है, रब के प्रथाई जिन्होंने कहा जा रहा है, पितांबर वहाँ के। सो असी जी गल करते पे सी, अनदर 5 मिनट्स एंड देन आई स्टॉप, फिर अगे जे किसी ने कुछ पुछना तो उस कर सकते हैं। भी गुरमत जी है ना, वो एक गल के उत्ते बड़ा स्ट्रैस देंदी है, भी वो कर्मा की फिलोसफी है ना, भी कर्मा उपर नहीं बड़े जे लोचे सब कोई, जिकर जे असी कर्म साडे बीज ने, चंगे ते माड़े दोनों बीज ने। साडी आम हालत देखो, एक बीज की एक फितरत है, बीज का एक सुभाव है, जिहड़ी बीज नूं मिट्टी विच दब दोगे ना, वो कई गुना होके फलीफूत होएगी, तो जिहड़ी बीज मिट्टी की सतह विच ना जाए, छुपे ना, उगड़ जाए, वो फलीफूत नहीं होंदी। साडी जो हालत जिहड़ी है ना, असी जे कोई माड़ा काम करने, साढ़े कोल कोई हो भी जाए ना, एक क्रिश्चियंस विच एक वो कहते कन्फेशन बॉक्स जाके अपनी जुल्म का जड़ा एक और मन ही आओ, यो जे साढ़े कोल कोई माड़ा कर्म हो जाए ना, असी आम तौर पर उन्होंने छुपा के रखांगे, भी देख किवाड़ अनक पर्दे में परदारा से फाके, असी बुरे वो सानू ये ख्याल नहीं आ रहा कि जिन्होंने असी दबने पे हैं, उन्हें कई गुना, साडा हर कर्म बीज है, उन्हें कई गुना फलीफूत होना है। चंगा की होंदा, तू उस फरोल देंदा, हो गया तेरे को माड़ा काम, और उस तो उलट की करने कहते जे को एक करे चंगियाई, मन चित बहुत बफाव है। मैं 4 बच्चों की फीस ही मैं दिना वा, तो यह फलाना मैं खड़ी की, मैं भी प्रधान हाँ, हर असी टाइटल ये तो छोटो बाबिया ने टाइटल्स लाए हुए, जिहड़े अपने आप को धर्मी अखवाते उन्होंने टाइटल की लोड़ पैगी हो। जे कोई अपने नाम के अगे लगाता पाया ब्रह्म ज्ञानी 1008 108 क्यों लाता पाया, जे को एक करे चंगियाई, जे असी चंगे काम किए ने ना, गुरु एक गल तो बड़ा स्पष्ट कहते हैं, कहते जे हा बीजे सो लुणे, कर्मा संदड़ा खेत, कर्मा की खेती है, कर्म भूमि में बोवो नाम, इत्थे नाम बीजना सी। गुरु कोलों पुछ के जीवन के कर्म बीजने सन, असी बीज की रहे हैं, असी होमे दे बीज रहे हैं। जो बीजेगा ना, कहते जो बीजे सो खवलावेगो, जो कहते दद्दा दोष ना देओ किसे दोष कर्मा आपने, जो मैं किया सो मैं पाया।
ਰੱਬ ਅਨਿਆਏ ਨਹੀਂ ਕਰਦਾ। ਇਹ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਸਾਨੂੰ, ਅੱਛਾ ਰੱਬ ਦਾ ਐਕਸਟੈਂਸ਼ਨ ਕੀ ਹੈ, ਰੱਬ ਕਦੋਂ ਹੋਂਦ ਵਿੱਚ ਆਇਆ ਸਾਡੀ, ਉਹ ਕਹਿੰਦੇ ਕਿਆ ਤੂੰ ਸੋਚੇ ਮਾਨਸ ਬਾਣ, ਤੇਰੀ ਮਨੁੱਖਾ ਬੁੱਧੀ ਨਾਲ ਤੂੰ ਕਦੀ ਸੋਚ ਵੀ ਨਹੀਂ ਸਕੇਗਾ। ਸਾਨੂੰ ਖਲਕਤ ਦਾ ਹੀ ਨਹੀਂ ਪਤਾ, ਅਸੀਂ ਕ੍ਰੀਏਟਰ ਦੀ ਕੀ ਗੱਲ ਕਰੀ, ਸਾਨੂੰ ਕ੍ਰੀਏਸ਼ਨ ਦਾ ਹੀ ਨਹੀਂ ਪਤਾ। ਕ੍ਰੀਏਸ਼ਨ ਦਾ ਅੰਤ ਕਿਸੇ ਸਾਇੰਟਿਸਟ ਨੇ ਦੱਸਿਆ ਵੀ ਕ੍ਰੀਏਸ਼ਨ ਉਸ ਜਾ ਕੇ ਖਤਮ ਹੋ ਜਾਂਦੀ, ਤੇ ਜੇ ਹੋ ਜਾਂਦੀ ਉਸ ਤੋਂ ਬਾਅਦ ਕੀ ਹੈ ਕਿਸੇ ਨੂੰ ਨਹੀਂ ਪਤਾ। ਉਹਦੇ ਨਿਯਮ ਨੇ, ਉਹ ਮਾਲਕ ਉਹ ਆਪ ਜਿਹੜਾ ਵੀ ਉਹ, ਹਾਂ ਜੋ ਨਾਲ ਗੁਰੂ ਕਹਿੰਦਾ ਵੀ, ਕਹਿੰਦੇ ਫਰੀਦਾ ਲੋੜੇ ਦਾਖ ਬਿਜੂਰੀਆ, ਬਿਜਨੌਰ ਦੇ ਦਰਾਖਸ਼ ਖਾਣਾ ਚਾਹੁੰਦਾ। ਦਰਾਖਸ਼ ਤੋਂ ਮਤਲਬ ਸੋਗੀ, ਰੇਜ਼ਨ ਕਹਿ ਲਓ, ਕਿਸ਼ਮਿਸ਼ ਕਹਿ ਲਓ। ਬਿਜਨੌਰ ਦੇ ਸ਼ਾਇਦ ਕਿਸੇ ਜ਼ਮਾਨੇ 'ਚ ਬੜੇ ਫੇਮਸ ਹੋਏ ਹੋਣੇ ਨੇ, ਉਹਦਾ ਜ਼ਿਕਰ ਇੱਥੇ ਆ ਰਿਹਾ। ਕਹਿੰਦਾ ਲੋੜੇ ਪਾਉ, ਤੂੰ ਖਾਣਾ ਚਾਹੁੰਦਾ ਤੂੰ, ਯੂ ਵਾਂਟ ਦੈਮ। ਨਾ ਲੋੜੇ ਦਾਖ ਬਿਜੂਰੀਆ, ਕਰਨਾ ਕੀ ਪਿਆ, ਕਹਿੰਦਾ ਕਿੱਕਰ ਬੀਜੇ ਜੱਟ, ਬੀਜਣਾ ਕੀ ਪਿਆ ਉਹ ਤੇ ਦੇਖ, ਕਿੱਕਰ ਬੀਜੀ ਜਾਣਾ, ਉਮੀਦ ਕਰਨਾ ਤੈਨੂੰ ਬਿਜਨੌਰ ਦੇ ਦਰਾਸ਼ ਖਾਣ ਨੂੰ ਮਿਲਣਗੇ। ਲੋੜਾ ਹੈ ਦਾਖ ਬਿਜੂਰੀਆ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਤਨਾ ਤੂੰ ਚਲਦਿਆਂ ਫਿਰਦਿਆਂ ਕਤਨਾ ਉਨ ਨੂੰ ਪੈ ਚਾਹੁੰਦਾ ਹੈ ਕਿ ਮੈਨੂੰ ਰੇਸ਼ਮ ਮਿਲ ਜਾਏ, ਪਰ ਰੇਸ਼ਮ ਨੂੰ ਕਹਿੰਦੇ ਹੋਏਗਾ ਨਹੀਂ। ਇੱਕ ਜਿਹੜਾ ਗੁਰਮਤਿ ਦਾ ਇੱਕ ਹੋਰ, ਜਸਟ ਵਿਲ ਟੱਚ ਦਿਸ ਐਂਡ ਦੈਨ ਵਿਲ ਐਂਡ ਦਿਸ ਆਊਟ ਹੀਅਰ, ਕਿ ਦੇਰ ਇਜ਼ ਅ ਕੁਆਂਟਮ ਲੀਪ। ਗੱਲ ਸਮਝਣ ਵਿੱਚ ਔਰ ਗੱਲ ਬੁੱਝਣ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜੇ ਮੈਂ ਇਹ ਸ਼ਬਦ ਦੀ ਵਿਚਾਰ ਇੱਥੇ ਕਰਨਾ ਪਿਆ ਤਾਂ ਮੈਂ ਸ਼ਬਦ ਨੂੰ ਸਮਝਿਆ ਹੋਇਆ, ਲੇਕਿਨ ਮਤਾ ਕੋਈ ਸਮਝੇ ਕਿ ਮੈਂ ਸ਼ਬਦ ਨੂੰ ਬੁੱਝ ਚੁੱਕਾ ਹੋਇਆ। ਜੇ ਮੇਰੀ ਜ਼ਿੰਦਗੀ ਦਾ ਹੋਵੇ, ਜੇ ਮੇਰੇ ਘਰ ਫਿਰ ਵਿਆਹ ਹੋਵੇ ਤੇ ਮੇਰੇ ਘਰ ਫਿਰ ਲੱਖਾਂ ਰੁਪਏ ਦਾ ਖਰਚਾ ਹੁੰਦਾ ਹੋਵੇ, ਮੈਂ ਗੱਲ ਨੂੰ ਬੁੱਝਿਆ ਨਹੀਂ। ਜੇ ਮੈਂ ਹਜੇ, ਔਰ ਉਹ ਇਹ ਖੇਡ ਮਾਲਕ ਦਾ ਸੌਖਾ ਨਹੀਂ। ਮਾਇਆ ਮਮਤਾ ਕਰਤੇ ਲਾਈ, ਸਭ ਤੈਂ ਉਪਾਈ ਭਰਮ ਭੁਲਾਈ। ਰੱਬ ਨੇ ਖੇਡ ਹੀ ਐਸਾ ਬਣਾਇਆ। ਚੋਜ ਛੋਟੇ ਤੁਮਨੇ ਚੋਗ ਬਿਥਾਰ ਜਾਲ ਪਸਾਰਿਓ, ਪੰਖੀ ਜੋ ਭਾਵਤ ਹੈ। ਜੇ ਪੰਖੀਆਂ ਨੂੰ ਫਸਾਉਣ ਵਾਸਤੇ ਚੋਗਾ ਪਾ ਕੇ ਜਾਲ ਵਿਛਾਇਆ ਜਾਂਦਾ ਨਾ, ਰੱਬ ਨੇ ਵੀ ਖੇਡ ਬਣਾਇਆ ਐਸਾ। ਫਿਰ ਦੇਖਣਾ ਚਾਹੁੰਦਾ ਤੂੰ ਗੁਰੂ ਦੀ ਕਿਤੇ ਨਿਕਸਰੇ ਪੰਖੀ ਸਿਮਰ ਹਰ ਪਾਂਖ। ਪਰਮਾਤਮਾ ਦਾ ਸਿਮਰਨ ਤੇਰੇ ਪੰਖ ਨੇ, ਗੁਰਮਤਿ ਦੇ ਸਿਧਾਂਤਾਂ ਦਾ ਸਿਮਰਨ ਉਹ ਪੰਖ ਨੇ। ਕਹਿੰਦਾ ਭਰਮ ਕੀ ਕੋਈ, ਭਰਮਾਂ ਨੂੰ ਤੂੰ ਧਰਮ ਸਮਝ ਕੇ ਬੈਠੇ ਹੈ। ਭਰਮ ਕੀ ਕੋਈ ਤ੍ਰਿਸ਼ਨਾ ਪਗ ਪੰਕਜ, ਅਥ ਤੀਖਨ ਮੋਹ ਕੀ ਫਾਂਸ। ਕਾਟਨ ਹਾਰ ਜਗਤ ਗੁਰੂ ਗੋਬਿੰਦ, ਚਰਨ ਕਮਲ ਵਾਕ ਨਿਕਸਰੇ ਪੰਖੀ। ਪਰਮਾਤਮਾ ਗੱਲ ਤੇ ਉਹੀ ਹੈ ਨਾ ਵੀ ਅੰਤਕਾਲ ਨਾਰਾਇਣ ਸਿਮਰੇ। ਜਦੋਂ ਤੇਰੀ ਗੱਲਾਂ ਵਾਲੇ ਹੈਣ ਕਨੇਰੇ, ਛੱਡ ਨਾ। ਬੰਦਾ ਦੇਖੇ ਕਿ ਤੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਪਾ ਰਿਹਾ, ਉਹਨੂੰ ਨਹੀਂ ਅਪਲਾਈ ਕਰ ਪਾ ਰਿਹਾ ਨਾ ਬ్రో ਮੇਰਾ। ਇੱਕ ਮੈਂ ਕਹਿੰਦਾ ਅੱਛਾ ਸਾਡੇ ਵਿੱਚ ਐਸ ਧਾਰਮਿਕ ਕਿਰਿਆ ਹੋ ਕੀ ਰਿਹਾ, ਪਾਠ ਪੜ੍ਹੀ ਜਾ। ਮੈਂ ਸਾਲ ਵਿੱਚ 2 ਅਖੰਡ ਪਾਠ ਦੀ ਸਮਾਪਤੀ ਕਰਨਾ, ਮੈਂ 3 ਦੀ ਕਰਨਾ। ਪੜ੍ਹਨਾ ਆਪਣੇ ਆਪ ਵਿੱਚ ਠੀਕ ਚੰਗੀ ਗੱਲ, ਲੇਕਿਨ ਗੁਰੂ ਕੀ ਕਹਿੰਦਾ, ਪੜ੍ਹੀਏ ਨਾਹੀ ਭੇਵ ਬੁਝੇ ਪਾਵਨਾ। ਜੋ ਬੰਦਾ ਆਸਾ ਦੀ ਵਾਰ ਪੜ੍ਹੀ ਜਾਂਦਾ ਪਿਆ, ਉਹ ਨਾਲ ਉਹਨੇ ਗੁਟਕਾ ਫੜਿਆ, ਨਾਲ ਪੜ੍ਹੀ ਜਾਂਦਾ, ਪੱਗੋ ਪੈਤਾਨਾ ਆਪਣਾ ਕੀਆ ਕਮਾਣਾ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਦ ਗਵਾਈ, ਵਿਣ ਨਾਵੇ ਕਿਛ ਥਾਏ ਨਾ ਪਾਈ, ਹੋਰ ਨੰਗੇ ਪੈਰੀ ਟੁਰੀ ਜਾ ਰਿਹਾ। ਇਹ ਬਾਣੀ ਕਹਿ ਰਹੀ ਕਿ ਨਾਮ ਤੋਂ ਬਿਨਾਂ ਉਹਦੇ ਦਰ ਤੇ ਕੋਈ ਹੋਰ ਚੀਜ਼ ਪ੍ਰਮਾਣ ਹੁੰਦੀ ਨਹੀਂ, ਫਿਰ ਤੂੰ ਨੰਗੇ ਪੈਰੀ ਟੁਰੀ ਜਾ ਰਿਹਾ। ਸਮਝਣ ਅੰਦਰ ਤੇ ਬੁੱਝਣ ਅੰਦਰ, ਜਿਹੜਾ ਗੁਰੂ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਗੱਲ ਸਾਰੀ ਆਏਗੀ ਕਿ ਤੇਰੇ ਜੀਵਨ ਦਾ ਹਿੱਸਾ ਬਣਿਆ ਜਾਂ ਨਹੀਂ ਬਣਿਆ। ਗੱਲਾਂ ਵਾਲੇ ਸਮਝਣ ਤੇ ਬੁੱਝਣ, ਇੱਕ ਪਾਸੇ ਇਹਨਾਂ ਨਾਲ ਵੀ ਉਹ ਜਿਹੜਾ ਇੱਕ ਪਾਸੇ ਗੱਲਾਂ ਵਾਲੇ ਹੈਨ ਕਨੇਰੇ, ਦੂਜੇ ਪਾਸੇ ਕਹਿੰਦੇ ਕੋਟਨ ਮੇ ਨਾਨਕ ਕੋ, ਕੋਈ ਵਿਰਲਾ ਹੀ ਹੈ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੀਤ। ਇੱਕ ਪਾਸੇ ਕਹਿੰਦੇ ਪੜ੍ਹੀਏ ਨਾ ਹੀ ਭੇਵ, ਇੱਕ ਦੂਜੇ ਹੋਰ ਥਾਂ ਤੇ ਕਹਿੰਦੇ ਪਾਠ ਪੜ੍ਹੇ ਨਾ ਬੂਝਈ। ਤੀਜੀ ਪਾਸੇ ਦਾ ਸ਼ਬਦ ਹੈ ਪਾਠ ਪੜ੍ਹਨਾ ਵੀ ਪਿਆ। ਜਪਜੀ ਸਾਹਿਬ ਸਾਨੂੰ ਕਰਦਿਆਂ 20 ਸਾਲ 25 ਸਾਲ ਹੋ ਗਏ, ਬੰਦਾ ਹਜੇ ਵੀ ਪੁੱਛੇ ਨਾ, ਗਾਵੇ ਕੋ ਦਾਦ ਜਾਣੇ ਨਿਸ਼ਾਨ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਸਾਨੂੰ ਵੀ ਆਰ ਬਲੈਂਕ। ਸਾਨੂੰ ਕੀ ਮੈਸੇਜ ਮਿਲਦਾ ਪਿਆ ਉਤੋਂ ਗੁਰਮੁਖ ਨਾਦਨ। ਅਸੀਂ ਬੱਚਿਆਂ ਨੂੰ ਵੀ ਰਟਾਤਾ, ਅਸੀਂ ਆਪ ਵੀ ਰਟਿਆ, ਬੱਚਿਆਂ ਨੂੰ ਵੀ ਰਟਾਤਾ। ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਿਆ ਸਮਾਈ, ਸਾਨੂੰ ਮੈਸੇਜ ਹੀ ਨਹੀਂ ਮਿਲ ਰਿਹਾ ਉਹਨਾਂ 'ਚੋਂ। ਅਸੀਂ ਕਸਟਮਰੀ ਦੇਖੋ, ਜੇ ਅਸੀਂ ਇਹਨੂੰ ਐਜੂਕੇਸ਼ਨ ਮੰਨੀਏ ਨਾ, ਰੈਸੀਟੇਸ਼ਨ ਆਪਣੇ ਆਪ ਦਾ ਮਾੜਾ ਨਹੀਂ। ਬੱਚਿਆਂ ਨੂੰ ਸਕੂਲ ਵਿੱਚ ਰਿਸਾਈਟ ਵੀ ਕਰਾਇਆ ਜਾਂਦਾ,
ਬੱਚਿਆਂ ਨੂੰ ਮੈਮੋਰਾਈਜ਼ ਵੀ ਕਰਵਾਇਆ ਜਾਂਦਾ ਹੈ, ਲੇਕਿਨ ਜਿਸ ਬੱਚੇ ਨੂੰ 2 ਦਾ ਪਹਾੜਾ ਯਾਦ ਹੋ ਜਾਵੇ, ਉਹ 10 ਸਾਲਾਂ ਬਾਅਦ ਵੀ 2 ਦਾ ਹੀ ਪਹਾੜਾ ਯਾਦ ਕਰਦਾ ਰਹੇ, ਦੁਕਾਨ ਤੋਂ ਜਾ ਕੇ ਪੁੱਠਾ ਸਿੱਧਾ ਸੌਦਾ ਲੈ ਕੇ ਆ ਜਾਵੇ, ਜਿੱਥੇ 50 ਰੁਪਏ ਦੇਣੇ ਸਾਨੂੰ ਤੇ 200 ਰੁਪਏ ਦੇ ਕੇ ਆ ਜਾਵੇ, ਅਸੀਂ ਕੀ ਕਹਾਂਗੇ ਤੂੰ ਪਾਠ ਪੜ੍ਹਿਆ ਕੀ ਕੀਤਾ? ਗੁਰੂ ਸਿੱਖਾਂ ਨੂੰ ਖੜਾ ਕਰਦੇ ਨੇ, ਕਹਿੰਦੇ ਪਾਠ ਪੜ੍ਹੇ ਨਾ ਬੂਝਈ ਭੇਖੀ ਭਰਮ ਭੁਲਾਏ। ਤੂੰ ਭਰਮਾਂ ਵਿੱਚ ਭੁੱਲਿਆ ਪਿਆ, ਤੈਨੂੰ ਲੱਗਦਾ ਹੈ ਕਿ ਮੈਂ ਧਰਮ ਕਰਨਾ ਪਿਆ, ਇਹ ਧਰਮ ਹੈ ਨਹੀਂ। ਪੜ੍ਹੀਏ ਨਾ ਹੀ ਭੇਵ ਬੂਝੇ ਪਾਓ ਨਾ, ਖੋਜ ਬੂਝ ਜੋ ਕਰੇ ਵਿਚਾਰਾ, ਤੋ ਭੌਜਲ ਤਰਤ ਨਾ ਲਾਵੇ ਬਾਰਾ। ਜਿਹੜਾ ਬੰਦਾ ਇਸ ਗੱਲ ਨੂੰ ਬੁੱਝ ਜਾਏਗਾ ਨਾ, ਜੇ ਸਾਨੂੰ ਜਿਹੜੀ ਮਿਲੀ ਅਪੋਰਚੁਨਿਟੀ ਜਿਹੜੀ ਹੈ ਨਾ, ਜਿਹੜੀ ਵਨਸ ਇਨ ਅ ਲਾਈਫ ਟਾਈਮ ਅਪੋਰਚੁਨਿਟੀ, ਜਿਹਨੂੰ ਗੁਰੂ ਕਹਿ ਰਿਹਾ, ਜਿਹਨੂੰ ਗੁਰੂ ਕਹਿੰਦਾ ਵੀ ਭਈ ਪ੍ਰਾਪਤ ਮਾਨੁਖ ਦਿਓਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਜਿਹਨੂੰ ਕਹਿ ਰਿਹਾ, ਕਹਿੰਦੇ ਜੋ ਕੁਝ ਕਰੇ ਸੋਈ ਅਬਸਾਰ, ਫਿਰ ਪਛਤਾਵੋ ਨਾ ਪਾਵੋ ਪਾਰ। ਮਤਲਬ ਤੂੰ ਸੱਚੇ ਕਿ ਵੀ ਮੈਂ ਉਹ ਕਹਿੰਦੇ ਅਬ ਕੇ ਕਹੇ ਨਾਮ ਨਾ ਮਿਲੀ ਤੂੰ ਸੋਹ, ਸਾਰੀ ਜ਼ਿੰਦਗੀ ਮੌਕਾ ਨਹੀਂ ਤੇ ਹੋਰ ਕੀ ਹੈ। ਸਾਰੀ ਜ਼ਿੰਦਗੀ ਸਾਰੇ ਜਿਤਨੀ ਸਵਾਸਾਂ ਦੀ ਪੂੰਜੀ ਸਾਡੇ ਕੋਲ ਮੌਕਾ ਹੀ ਤੇ ਹੈ ਸਾਰਾ। ਜੋ ਕੁਝ ਕਰੇ ਸੋਈ ਅਬਸਾਰ, ਫਿਰ ਪਛਤਾਓ ਨਾ ਪਾਵੋ ਪਾਰ। ਅਬ ਕੇ ਕਹੇ ਨਾਮ, ਬੱਚਾ ਟੀਚਰ ਨੂੰ 3 ਘੰਟੇ ਕੀ ਹੈ ਮੌਕਾ ਹੈ, ਐਗਜ਼ਾਮ ਦੇ 3 ਘੰਟੇ ਕੀ ਹੈ ਮੌਕਾ ਹੈ, ਜਿੰਨਾ ਵਧੀਆ ਪੇਪਰ ਲਿਖ ਸਕਦਾ। ਉਸ ਤੋਂ ਬਾਅਦ ਤੂੰ ਮੰਗੇ ਮੈਨੂੰ 2 ਮਿੰਟ, ਟੀਚਰ ਕਹੇਗੀ ਨਹੀਂ। ਅਬ ਕੇ ਕਹੇ ਨਾਮ ਨਾ ਮਿਲੀ ਤੂੰ ਸੋਹ, ਹੁਣ ਜੋ ਜ਼ਿੰਦਗੀ ਬਤੀਤ ਕੀਤੀ ਹੈ ਨਾ, ਹੁਣ ਉਹ ਲੇਖੇ ਜੋਕੇ ਦਾ ਸਮਾਂ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੁੰਦੀ ਪਾਉਂਦੀ ਹੁਣ ਸੁਣੀਏ ਕਿਆ ਰਵਾਇਆ, ਮਨ ਅੰਧੇ ਜਨਮ। ਜੋ ਤੇਰਾ ਮੌਕਾ ਖਤਮ ਹੋ ਗਿਆ, ਫਿਰ ਇਹ ਅਵਸਰ ਚਰੇ ਨਾ ਹਾਥਾ। ਇਹ ਮੌਕਾ ਬਾਰ-ਬਾਰ ਨਹੀਂ ਮਿਲਣਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਘੱਟ ਭੀਤਰ ਤੂੰ ਦੇਖ ਵਿਚਾਰ, ਕਹੇ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਗੁਰੂ ਬੜਾ ਰਸਤਾ, ਗੁਰਮਤਿ ਦਾ ਰਸਤਾ ਜਿਹੜਾ ਹੈ ਨਾ, ਉਹ ਕਹਿੰਦੇ ਨਾਨਕ ਸਾਹਿਬ ਗੁਰੂ ਭੇਟਿਆ, ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ। ਵਿੱਚ ਗੁਰਮਤਿ ਦੀ ਵਡਿਆਈ ਇਸ ਪੱਖੋਂ ਹੈ, ਕਹਿੰਦੇ ਸਤਿਗੁਰੂ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਗੁਰੂ ਨਹੀਂ ਕਹਿੰਦਾ ਘਰ ਪਰਿਵਾਰ ਛੱਡ, ਬੱਚੇ ਛੱਡ, ਪਹਾੜੀਆਂ ਤੇ ਚਲੇ ਜਾ, ਕੱਪੜੇ ਨਾ ਪਾ, ਰੋਟੀ ਨਾ ਖਾਈ, ਹੱਸੀ ਖੇਡੀ ਨਾ, ਨਹੀਂ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ। ਪਰ ਇੱਕੋ ਗੱਲ ਕਹਿੰਦਾ ਨੀਅਤ ਰਾਸ ਕਰੇ, ਬਦਨੀਅਤੀ ਗੁਰੂ ਨੂੰ ਪ੍ਰਵਾਨ ਨਹੀਂ। ਕਹਿੰਦੇ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਜਿਹੜੀ ਚੀਜ਼ ਬਹੁਤ ਸਸਤੇ ਦਾਮ ਤੇ ਮਿਲਦੀ ਹੋਏ ਨਾ, ਬੰਦਾ ਕਹਿੰਦਾ ਲੁੱਟਦਾ ਮਾਲ ਹੈ। ਕਿਉਂ ਔਖਾ ਹੈ? ਗੁਰਮਤਿ ਦਾ ਰਸਤਾ ਕੋਈ ਔਖਾ ਹੈ ਨਹੀਂ ਕਿ ਤੁਹਾਨੂੰ ਕਿਹਾ ਵੀ ਪਰਿਵਾਰ ਛੱਡ ਦਿਓ, ਕੱਪੜੇ ਨਾ ਪਾਓ, ਵੀ ਤੁਸੀਂ ਕ੍ਰਿਕਟ ਨਹੀਂ ਖੇਡ ਸਕਦੇ, ਤੁਸੀਂ ਸਕੂਲ ਨਹੀਂ ਜਾ ਸਕਦੇ, ਤੁਸੀਂ ਕਮਾਈ ਨਹੀਂ ਕਰ ਸਕਦੇ। ਗੁਰੂ ਤਾਂ ਬਿਲਕੁਲ ਉਠਾ ਕਹਿੰਦੇ ਮਾਇਆ ਕੀ ਕਰ ਤੂੰ ਛੋੜ ਗਵਾਈ, ਭਗਤੀ ਸਾਰ ਨਾ ਜਾਣੀ, ਤੇ ਤੂੰ ਪੈਸਾ ਕਮਾਣਾ ਹੀ ਛੱਡਤਾ। ਇਹ ਰਸਤਾ ਕੈਸਾ? ਕਹਿੰਦੇ ਕਾਲ ਖਾਏ ਕਿਛ ਹੱਥੋਂ ਦੇ, ਇਹ ਵੇਲੜਾ ਦਾ ਧਰਮ ਨਹੀਂ। ਮੈਂ ਕਾਰੋਬਾਰ ਹੀ ਕਰਨਾ ਛੱਡਤਾ, ਕਹਿੰਦਾ ਮਾਇਆ ਕੀ ਕਰ ਤੂੰ ਛੋੜ ਗਵਾਈ, ਇਹ ਭਗਤੀ ਨਹੀਂ ਹੈ। ਹਾਂ, ਕਾਲ ਖਾਏ ਕਿਛ ਹੱਥੋਂ ਦੇ ਭਗਤੀ ਹੈ। ਗੁਰੂ ਕਹਿੰਦੇ ਕਿੰਨਾ ਸੌਖਾ ਰਸਤਾ ਹੈ, ਕਹਿੰਦਾ ਕਬੀਰ ਲੂਟਣਾ ਹੈ ਤਾਂ ਲੂਟ ਲੈ। ਨਾਮ ਇਤਨਾ, ਨਾਮ ਬਹੁਤ ਔਖਾ ਨਹੀਂ। ਜੇ ਗੁਰੂ ਮਿਲ ਜਾਏ, ਜਿਹਨੂੰ ਮੈਥਸ ਦਾ ਅੱਛਾ ਟੀਚਰ ਮਿਲ ਜਾਏ, ਉਹਦੇ ਵਾਸਤੇ ਮੈਥਸ ਸੋਲਵ ਕਰਨੀ ਔਖੀ ਨਹੀਂ ਰਹਿ ਜਾਂਦੀ। ਹੁਣ ਜਿਹੜੇ ਡੈਰੀਵੇਟਿਵਸ ਨੇ, ਇੰਟੀਗ੍ਰੇਸ਼ਨਸ ਨੇ, ਲੋਗਰਿਥਮਸ ਨੇ, ਜਿਹਨੇ ਸਿੱਖ ਲਈ ਉਹਦੇ ਵਾਸਤੇ ਕੀ ਮਾਇਨੇ ਨੇ ਉਹਨਾਂ ਦੇ। ਕਹਿੰਦੇ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਇਤਨੀ ਸਸਤੀ ਕੀਮਤ। ਕਰਨਾ ਕੀ ਹੈ ਤੈਨੂੰ ਗੁਰੂ ਕਿੱਥੇ ਨਹੀਂ ਕਹਿ ਰਹੇ ਨਾ ਕੋਈ, ਤੈਨੂੰ ਗੁਰੂ ਇਤਨਾ ਕਹਿੰਦੇ ਹੱਕ ਪਰਾਇਆ ਨਾ ਖਾਈ, ਪਰ ਤੇਰਾ ਰੂਪ ਨਾ ਦੇਖੀ, ਫਰੀਦਾ ਬੁਰੇ ਦਾ ਭਲਾ ਕਰ, ਇਹ ਰਕਵਾਦ ਨਾ ਕੀਜੇ। ਇਹ ਰੱਬੀ ਹੁਕਮ ਨੇ ਨਾ ਸਾਰੇ, ਬਹੁਤ ਔਖੇ ਤਾਂ ਨਹੀਂ ਨੇ। ਪਰਿਵਾਰਿਕ ਜੀਵਨ, ਗ੍ਰਸਤ ਵਾਲਾ ਜੀਵਨ ਹੈ, ਗੁਰਮਤਿ ਨੂੰ ਪ੍ਰਮਾਣ ਹੈ, ਔਖਾ ਜੀਵਨ ਹੈ ਨਹੀਂ। ਲੁੱਟਦਾ ਕਿਉਂ ਨਹੀਂ ਤੂੰ? ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਂਗੇ ਛੂਟ। ਜਿਤਨਾ ਸਮਾਂ ਤੇਰੇ ਕੋਲ ਮਿਲਿਆ, ਸੋ ਆਈ ਥਿੰਕ ਇਟ ਇਜ਼ ਸਲਾਈਟਲੀ ਓਵਰਸਟੈਪ ਦੀ ਟਾਈਮ। ਤੇ ਬਾਕੀ ਜੇ ਹੋਰ ਕੋਈ ਗੱਲ, ਕੋਈ ਸਾਂਝ ਕਰਨਾ ਚਾਹਵੇ ਜਾਂ ਕੋਈ ਆਪਣਾ ਵਿਊ ਪੁਆਇੰਟ ਰੱਖਣਾ ਚਾਹਵੇ ਫॉर अगेंस्ट वॉट एवर, ਜਾਂ ਕੋਈ ਪੁੱਛਣਾ ਚਾਹਵੇ ਗੱਲ, ਜ਼ਰੂਰ
we can share definitely.